ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੀ ਸਭ ਬੰਦੀ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਹੀ ਕੋ ਮੰਦੀ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਹੀ ਕੋ ਮੰਦੀ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਈ ਮਸ਼ਕਤ ਕਾਲ, ਨਾਨਕ ਤੀ ਮੁਖੀ ਉਜਲੀ ਕੀਤੀ ਛੁਟੀ ਹੀ ਨਾਲ। ਜਿਨੀ ਨਾਮ ਧਿਆਇਆ ਗਈ ਮਸ਼ਕਤ ਕਾਲ, ਨਾਨਕ ਤੀ ਮੁਖ ਉਜਲੀ ਕੀਤੀ ਛੁਟੀ ਹੀ ਨਾਲ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸ਼ਬਦ ਗੁਰੂ ਬ੍ਰਹਮ ਸਤਿਗੁਰੂ ਸਾਰੀ ਹੀ ਕਾਇਨਾਤ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਰਾਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਪਿਆਰ ਵਾਲਿਓ, ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਜੋ ਇਸ ਪਾਵਨ ਸਥਾਨ ਦੇ ਉੱਪਰ ਉਚੇਚੇ ਤੌਰ ਦੇ ਉੱਪਰ ਗੁਰਮਤ ਸਮਾਗਮ ਉਲੀਕੇ ਗਏ ਸਨ, ਬੜੇ ਹੀ ਪਿਆਰ ਦੇ ਨਾਲ ਨਿੱਕੇ ਨਿੱਕੇ ਬੱਚਿਆਂ ਦੇ ਪਾਸੋਂ ਹਰ ਜਸ ਬਾਣੀ ਦੇ ਕੀਰਤਨਾਂ ਨੂੰ ਸਰਵਣ ਕਰ ਰਹੇ ਸਾਂ। ਆਓ ਕੁਝ ਸਮੇਂ ਦੇ ਲਈ ਗੁਰਮਤ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ, ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ, ਬੜੇ ਹੀ ਅਦਬ ਸਤਿਕਾਰ ਦੇ ਨਾਲ ਨਵਾਓ ਜੀ ਸੀਸ, ਦੋਨੋਂ ਹੀ ਹੱਥ ਜੋੜ ਕਰ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰ ਵਾਲਿਓ, ਇੱਕ ਦੋ ਜੋ ਬੇਨਤੀਆਂ ਨੇ ਆਪ ਜੀ ਦੇ ਸਾਹਮਣੇ ਮੈਂ ਸਭ ਤੋਂ ਪਹਿਲਾਂ ਰੱਖਾਂਗਾ। ਜੋ ਵੀਰ ਜਾਂ ਮੇਰੀਆਂ ਭੈਣਾਂ ਥੱਲੇ ਸੇਵਾ ਕਰ ਰਹੀਆਂ ਨੇ, ਮੁਬਾਰਕ ਹੈ। ਬਾਕੀ ਸਭ ਆ ਕੇ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠਣ ਦੀ ਕਿਰਪਾਲਤਾ ਕਰੀਏ ਜੀ, ਕਿਉਂਕਿ ਪਿਆਰ ਵਾਲਿਓ ਇਹ ਜਿਹੜਾ ਸਮਾਂ ਹੈ ਇਹ ਬੜੇ ਹੀ ਵੱਡਿਆਂ ਭਾਗਾਂ ਦੇ ਨਾਲ, ਕਰਮਾਂ ਦੇ ਨਾਲ ਇਹ ਜੋ ਸਮੇਂ ਦੀ ਪ੍ਰਾਪਤੀ ਹੁੰਦੀ ਹੈ। ਵੈਸੇ ਕੋਈ ਵੀ ਦਿਨ ਖਾਸ ਜਾਂ ਆਮ ਨਹੀਂ ਹੁੰਦਾ, ਸਭ ਬਰਾਬਰ ਨੇ, ਕੋਈ ਚੰਗਾ ਕੋਈ ਮਾੜਾ ਦਿਨ ਨਹੀਂ ਹੈ। ਪਰ ਜਦੋਂ ਇਹਦੇ ਨਾਲ ਕੁਝ ਨਾ ਕੁਝ ਘਟਨਾਵਾਂ, ਕੁਝ ਨਾ ਕੁਝ ਇਤਿਹਾਸਿਕ ਇਹੋ ਜਿਹੀਆਂ ਘਟਨਾਵਾਂ ਜੁੜ ਜਾਂਦੀਆਂ ਨੇ,
ਜਿਨ੍ਹਾਂ ਦੇ ਕਰਕੇ ਫਿਰ ਇਹ ਆਮ ਦਿਨ ਵੀ ਖਾਸ ਬਣ ਜਾਂਦੇ ਨੇ। ਤੇ ਕੁਝ ਦਿਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਮ ਕਰਕੇ ਅਸੀਂ ਯਾਦ ਰੱਖਦੇ ਹਾਂ, ਕਿਉਂਕਿ ਉਹ ਸਾਡੇ ਲਈ ਖਾਸ ਹੋ ਜਾਂਦੇ ਨੇ। ਵੈਸੇ ਤੇ ਅਸੀਂ ਮਹੀਨੇ ਦੀ ਜਿਹੜੀ ਆਰੰਭਤਾ ਹੁੰਦੀ ਹੈ ਉਸ ਨੂੰ ਅਸੀਂ ਆਖਦੇ ਹਾਂ ਬੜਾ ਹੀ ਪਵਿੱਤਰ ਦਿਹਾੜਾ ਹੈ। ਤੇ ਪਿਆਰ ਵਾਲਿਓ, ਅੱਜ ਵਿਸਾਖੀ ਦਾ ਵੀ ਦਿਨ ਹੈ। ਉਹਦੇ ਨਾਲ ਨਾਲ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਅਮੋਲਕ ਚੀਜ਼ ਸਾਡੇ ਸਿੱਖ ਦੀ ਝੋਲੀ ਦੇ ਵਿੱਚ ਪਾਈ ਹੈ, ਜਿਹਨੂੰ ਅਸੀਂ ਆਮ ਕਰਕੇ ਖਾਲਸਾ ਪ੍ਰਗਟ ਦਿਵਸ ਦੇ ਤੌਰ 'ਤੇ ਵੀ ਯਾਦ ਕਰਦੇ ਹਾਂ। ਜ਼ਿਆਦਾਤਰ ਵੇਖਿਆ ਜਾਵੇ ਤੇ ਅਸੀਂ ਵਿਸਾਖੀ ਸ਼ਬਦ ਘੱਟ ਵਰਤਦੇ ਹਾਂ ਤੇ ਜ਼ਿਆਦਾ ਜਿਹੜਾ ਸਾਡਾ ਸ਼ਬਦ ਹੁੰਦਾ ਹੈ ਉਹ ਖਾਲਸਾ ਪ੍ਰਗਟ ਦਿਵਸ ਹੈ, ਕਿਉਂਕਿ ਇਹ ਇੱਕ ਇਤਿਹਾਸਿਕ ਘਟਨਾ ਜੁੜ ਗਈ। ਬਾਣੀ ਦੇ ਵਿੱਚੋਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ 2 12ਵਾਂ ਨੇ। ਇੱਕ ਮਾਝ ਰਾਗ ਦੇ ਅੰਦਰ ਤੇ ਦੂਜਾ ਹੈ ਤੁਖਾਰੀ ਰਾਗ ਦੇ ਅੰਦਰ। ਮਾਝ ਰਾਗ ਦੀ ਜਦੋਂ ਤੇ ਤੁਖਾਰੀ ਰਾਗ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਇਹਦੇ ਅੰਦਰ ਜਿਹੜਾ ਵਿਸਾਖੀ ਸ਼ਬਦ ਹੈ ਜਾਂ ਵੈਸਾਖ ਸ਼ਬਦ 2 ਵਾਰੀ ਗੁਰਬਾਣੀ ਦੇ ਅੰਦਰ ਵਰਤਿਆ ਗਿਆ, 2 ਵਾਰੀ ਗੁਰਬਾਣੀ 'ਚ। ਤੇ ਇਸ ਨੂੰ ਥੋੜ੍ਹਾ ਜਿਹਾ ਵੇਖਿਆ ਜਾਵੇ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਪਹਿਲਾਂ ਇਹ ਸ਼ਬਦਾਂ ਦੀ ਜਿਹੜੀ ਵਰਤੋਂ ਆਮ ਘਰਾਂ ਦੇ ਵਿੱਚ ਹੋਇਆ ਕਰਦੀ ਸੀ, ਆਮ ਹੁੰਦੀ ਸੀ। ਜੇਕਰ ਅੱਜ ਤੋਂ 5000 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਖਗੋਲ ਇਤਿਹਾਸ ਦੇ ਜਿਹੜੇ ਵਿਦਵਾਨ ਸਨ ਉਹ ਲਿਖਦੇ ਨੇ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਚੰਦਰਮਾ ਧਰਤੀ ਦੇ ਇਰਦ ਗਿਰਦ ਜਿਹੜਾ ਗੇੜ ਲਾਉਂਦਾ ਹੈ, ਚੱਕਰ ਲਾਉਂਦਾ ਹੈ। ਤੇ ਜਿਸ ਰਸਤੇ ਦੇ ਉੱਤੋਂ ਇਸ ਧਰਤੀ ਨੂੰ ਸਫ਼ਰ ਤੈਅ ਕਰਨਾ ਪੈਂਦਾ, ਜਿਸ ਰਸਤੇ ਦੇ ਉੱਤੋਂ ਲੰਘਣਾ ਪੈਂਦਾ, ਉਹਨੂੰ ਅਸੀਂ ਆਖਦੇ ਹਾਂ ਨਛੱਤਰ। 27 ਪ੍ਰਕਾਰ ਦੇ ਜਿਹੜੇ ਨਛੱਤਰ ਨੇ ਉਹ ਮੰਨੇ ਗਏ ਨੇ। ਤੇ ਜਦੋਂ ਇਹ ਉਹ ਰਸਤਾ ਤੈਅ ਕਰਦਿਆਂ ਹੋਇਆਂ, ਪੰਧ ਤੈਅ ਕਰਦਿਆਂ ਹੋਇਆਂ ਉੱਥੋਂ ਲੰਘਦਾ, ਉਹਦੇ ਅਨੁਸਾਰ ਹੀ ਜਦੋਂ ਵੱਖ-ਵੱਖ ਰੁੱਤਾਂ, ਵੱਖ-ਵੱਖ ਰਾਸਾਂ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆਉਂਦੀ ਹੈ ਤੇ ਉਹਦੇ ਅਨੁਸਾਰ ਹੀ ਮਹੀਨਿਆਂ ਦੇ ਨਾਮ ਰੱਖੇ ਗਏ। ਜਿਵੇਂ ਨਛੱਤਰਾਂ ਦੇ ਨਾਮ ਮੇਘਾ ਹੋ ਗਏ, ਕਾਰਤਿਕ ਹੋ ਗਏ, ਵਿਸਾਖਾ ਹੋ ਗਿਆ, ਸ਼ਰਵਣ ਹੋ ਗਿਆ। ਇਸੇ ਪ੍ਰਕਾਰ ਇਹ ਮਹੀਨਿਆਂ ਦੇ ਨਾਮ ਅਸੀਂ ਕੱਤੇ ਦਾ ਮਹੀਨਾ, ਮਾਘ ਦਾ ਮਹੀਨਾ, ਮੱਘਰ ਦਾ ਮਹੀਨਾ, ਤੇ ਅੱਜ ਜੋ ਦਿਨ ਦੀ ਆਰੰਭਤਾ ਹੋਈ ਹੈ ਜਾਂ ਮਹੀਨੇ ਦੀ ਆਰੰਭਤਾ ਹੋਈ ਹੈ ਇਹਨੂੰ ਅਸੀਂ ਕਹਿੰਦੇ ਹਾਂ ਵਿਸਾਖ ਦਾ ਮਹੀਨਾ। ਤੇ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ, ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ। ਤੇ ਤੁਖਾਰੀ ਰਾਗ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ, ਵੈਸਾਖ ਭਲਾ, ਵਿਸਾਖ ਦਾ ਮਹੀਨਾ ਭਲਾ ਹੈ, ਕਿਉਂਕਿ ਇਹਦੇ ਅੰਦਰ ਜੁੜਨ ਦਾ ਮਾਲਕ ਨੇ ਕਿਰਪਾ ਕੀਤੀ ਹੈ। ਇੱਕ ਪਾਸੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਵੀ ਜੀਵ ਇਸਤਰੀ ਰੱਬ ਦੇ ਨਾਲੋਂ ਟੁੱਟੀ ਹੋਈ ਹੈ, ਰੱਬ ਦੇ ਨਾਲੋਂ ਵਿਛੋੜਾ ਪਿਆ ਹੋਇਆ ਹੈ। ਵਾਢੀਆਂ ਦਾ ਜਿਹੜਾ ਅਰਥ ਅਸੀਂ ਕਰਦੇ ਹਾਂ ਵੱਡੇ ਹੋਏ, ਟੁੱਟੇ ਹੋਏ। ਤੇ ਜਿਹੜੀ ਚੀਜ਼ ਆਪਣੇ ਮੂਲ ਦੇ ਨਾਲੋਂ ਟੁੱਟ ਜਾਵੇ ਉਹ ਫਿਰ ਸੁੱਕ ਜਾਂਦੀ ਹੈ। ਸੰਸਾਰ ਦੇ ਅੰਦਰ ਕੋਈ ਵੀ ਚੀਜ਼ ਲਾ ਲਓ, ਦਰਖਤ ਦਾ ਪੱਤਾ ਤੁਸੀਂ ਲਾ ਲਵੋ, ਜਦੋਂ ਤੱਕ ਉਹ ਦਰਖਤ ਦੇ ਨਾਲ ਜੁੜਿਆ ਹੋਇਆ ਉਦੋਂ ਤੱਕ ਉਹ ਹਰਾ ਭਰਾ ਹੈ, ਤੇ ਜਦੋਂ ਦਰਖਤ ਦੇ ਨਾਲੋਂ ਟੁੱਟ ਜਾਵੇਗਾ ਉਹਦੇ ਤੋਂ ਬਾਅਦ ਉਹ ਜਿਹੜਾ ਪੱਤਾ ਹੈ ਉਹ ਸੁੱਕ ਕੇ ਬਿਲਕੁਲ ਰਾਖ ਬਣ ਜਾਂਦੀ ਹੈ। ਤੇ ਇਸੇ ਪ੍ਰਕਾਰ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ, ਭਾਈ ਇਹ ਵਿਸਾਖ ਦਾ ਜਿਹੜਾ ਮਹੀਨਾ ਹੈ ਇਹਦੇ ਅੰਦਰ
ਜੋ ਰੱਬ ਦੇ ਨਾਲੋਂ ਵਿਛੜੀਆਂ ਹੋਈਆਂ, ਆਪਣੇ ਖਸਮ ਪਤੀ ਦੇ ਨਾਲੋਂ ਵਿਛੜੀਆਂ ਹੋਈਆਂ ਜੀਵ ਇਸਤਰੀਆਂ ਨੇ, ਉਹਨਾਂ ਦੇ ਅੰਦਰ ਫਿਰ ਧੀਰਜ ਕਿਵੇਂ ਆ ਸਕਦਾ, ਕਿਵੇਂ ਟਿਕਾਓ ਆ ਸਕਦਾ, ਮਨ ਕਿਵੇਂ ਟਿਕ ਸਕਦਾ? ਉਦੋਂ ਹੀ ਮਨ ਟਿਕੇਗਾ ਜਦੋਂ ਅਸੀਂ ਜੁੜੇ ਹੋਵਾਂਗੇ। ਤੇ ਦੂਜੇ ਪਾਸੇ ਤੁਖਾਰੀ ਰਾਗ ਦੇ ਅੰਦਰ ਫਿਰ ਜੋੜਨ ਦਾ ਵੀ ਯਤਨ ਕੀਤਾ। ਵਿਸਾਖ ਦਾ ਭਲਾ ਮਹੀਨਾ ਭਲਾ ਹੈ, ਕਿਉਂਕਿ ਇਹ ਇੱਕ ਇਹੋ ਜਿਹੀ ਰੁੱਤ ਹੁੰਦੀ ਹੈ ਜਿਹਦੇ ਅੰਦਰ ਆ ਕੇ ਮਾਲਕ ਦੀ ਯਾਦ ਆਉਂਦੀ ਹੈ ਤੇ ਮਾਲਕ ਦੇ ਨਾਲ ਅਸੀਂ ਜੁੜ ਪੈਂਦੇ ਹਾਂ। ਦੋ ਸ਼ਬਦ ਸਤਿਗੁਰਾਂ ਨੇ ਵਰਤੇ, ਇੱਕ ਵਸਲ ਤੇ ਇੱਕ ਫਸਲ। ਫਸਲ ਦਾ ਅਰਥ ਹੁੰਦਾ ਵੱਢ ਦੇਣਾ ਤੇ ਵਸਲ ਦਾ ਅਰਥ ਹੁੰਦਾ ਜੁੜ ਦੇਣਾ। ਦੋਵੇਂ ਹੀ ਅਰਬੀ ਭਾਸ਼ਾ ਦੇ ਸ਼ਬਦ ਨੇ। ਵੱਡੀ ਹੋਈ ਚੀਜ਼ ਸੁੱਕ ਜਾਂਦੀ ਹੈ, ਕਮਲਾ ਜਾਂਦੀ ਹੈ, ਨਿਰਾਸ਼ਤਾ ਲੈ ਕੇ ਆਉਂਦੀ ਹੈ। ਜੁੜੀ ਹੋਈ ਚੀਜ਼ ਦੇ ਅੰਦਰ ਖੁਸ਼ੀਆਂ, ਖੇੜੇ, ਆਨੰਦ ਜਿਹੜੇ ਜੁੜੇ ਹੁੰਦੇ ਨੇ, ਇਹ ਅੰਦਰ ਆਉਂਦੇ ਨੇ। ਤੇ ਜਦੋਂ ਤੱਕ ਪਿਆਰ ਵਾਲਿਓ ਆਪਾਂ ਇੱਕ ਹੁਣ ਸ਼ਬਦ ਪੜ੍ਹਿਆ ਸੀ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਈ ਮਸ਼ੱਕਤ ਘਾਲ। ਇਹਦੇ ਅੰਦਰ ਜੁੜੇ ਦੀ ਗੱਲ ਕੀਤੀ ਹੈ ਵੀ ਜਿਹੜੇ ਜੁੜੇ ਹੋਏ ਨੇ। ਤੇ ਦੂਜੇ ਪਾਸੇ ਇੱਕ ਸ਼ਬਦ ਪੜ੍ਹਦੇ ਆ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ। ਤੇ ਜਿਨ੍ਹਾਂ ਨੇ ਮਾਲਕ ਪਰਮਾਤਮਾ ਦੇ ਨਾਮ ਨੂੰ ਧਿਆਇਆ, ਉਹਨੂੰ ਸਿਮਰਿਆ, ਤਿਨਾਂ ਦੇ ਜਿਹੜੇ ਕਾਰਜ ਨੇ ਇਹ ਕਾਰਜ ਵੀ ਸਵਾਰੇ ਜਾਂਦੇ ਨੇ, ਸਫਲ ਹੋ ਜਾਂਦੇ ਨੇ। ਕਹਿਣ ਤੋਂ ਮੁਬਾਰਕ ਇਹ ਹੈ ਵੀ ਮਤਲਬ ਇਹ ਹੈ ਵੀ ਜਦੋਂ ਤੱਕ ਮਨੁੱਖ ਗੁਰੂ ਦੇ ਨਾਲ, ਮੂਲ ਦੇ ਨਾਲ ਜੁੜਿਆ ਹੋਇਆ ਹੈ, ਓਨੇ ਸਮੇਂ ਤੱਕ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਨੇ, ਮਨੁੱਖ ਦੀ ਜ਼ਿੰਦਗੀ ਦੇ ਅੰਦਰ ਖੇੜਾ ਹੈ। ਜਦੋਂ ਤੱਕ ਵਸਲ ਹੈ ਤੇ ਜਦੋਂ ਫਸਲ ਬਣ ਜਾਂਦੀ ਹੈ, ਫਿਰ ਉਹ ਗੁਰੂ ਦੇ ਨਾਲੋਂ ਟੁੱਟ ਜਾਂਦਾ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਦੇ ਲਈ ਭਾਈ ਨੰਦ ਲਾਲ ਸਿੰਘ ਜੀ ਦੀ ਇੱਕ ਆਪਾਂ ਗਜ਼ਲ ਪੜ੍ਹਦੇ ਹਾਂ, ਬੜੀ ਪਿਆਰੀ। ਇਤਿਹਾਸ ਨੂੰ ਆਪ ਜੀ ਨੇ ਸਰਵਣ ਵੀ ਕੀਤਾ ਹੋਵੇਗਾ, ਕਿਉਂਕਿ ਕੋਈ ਜ਼ਿਆਦਾ ਸਮਾਂ ਨਹੀਂ ਮੇਰੇ ਕੋਲ, ਮੈਂ ਖਾਲਸੇ 'ਤੇ ਲਿਆ ਕੇ ਖਾਲਸਾ ਪ੍ਰਗਟ ਦਿਵਸ 'ਤੇ ਗੱਲ ਲਿਆਉਣੀ ਹੈ। 10ਵੇਂ ਪਾਤਸ਼ਾਹ ਜੀ ਇੱਕ ਦਿਨ ਲੰਘਦੇ ਜਾ ਰਹੇ ਨੇ, ਉਹਨਾਂ ਦੇ ਨਾਲ ਭਾਈ ਨੰਦ ਲਾਲ ਸਿੰਘ ਤੇ ਹੋਰ ਜਿਹੜੇ ਸਿੱਖ ਉਹਨਾਂ ਦੇ ਨਾਲ ਨੇ। ਲੰਘਦਿਆਂ ਕੀ ਕੀਤੇ ਵੀ ਕਿਉਂਕਿ ਚੋਜੀ ਮਾਲਕ ਹੈ, ਕੋਤਕ ਅਨੇਕਾਂ ਪ੍ਰਕਾਰ ਦੇ ਕਰਦਾ ਹੈ। ਸਮਝਾਉਣ ਦਾ ਜੀਵਨ ਸਾਡੇ ਵਰਗੇ ਜੀਵਾਂ ਨੂੰ ਮਤਲਬ ਹੈ, ਸਮਝਾ ਸਾਨੂੰ ਰਹੇ ਨੇ। ਪੱਥਰ ਨੂੰ ਚੁੱਕਦੇ ਨੇ ਤੇ ਚੁੱਕ ਕੇ ਪਾਣੀ ਦੇ ਵਿੱਚ ਵਗਾਉਂਦੇ ਨੇ ਤੇ ਸਵਾਲ ਕਰਦੇ, ਸਿੱਖੋ ਇਹ ਪੱਥਰ ਡੁੱਬਿਆ ਕਿਉਂ? ਤੇ ਇੱਕ ਜਵਾਬ ਦਿੰਦਾ ਸਤਿਗੁਰੂ ਪਾਤਸ਼ਾਹ ਜੀ, ਪੱਥਰ ਭਾਰਾ ਹੈ ਤੇ ਪਾਣੀ ਹਲਕਾ ਹੈ, ਇਹਦੇ ਕਰਕੇ ਡੁੱਬ ਗਿਆ। ਫਿਰ ਥੋੜ੍ਹਾ ਜਿਹਾ ਅੱਗੇ ਚਲੀ ਗਏ, ਦੁਬਾਰਾ ਤੋਂ ਫਿਰ ਪੱਥਰ ਚੁੱਕਿਆ ਤੇ ਦੁਬਾਰ ਤੋਂ ਫਿਰ ਇਹੀ ਕੋਤਕ ਕੀਤਾ। ਦੁਬਾਰ ਤੋਂ ਫਿਰ ਸਵਾਲ ਕੀਤਾ, ਸਿੱਖੋ ਪੱਥਰ ਡੁੱਬਿਆ ਕਿਉਂ? ਤੇ ਜਵਾਬ ਅੱਗੋਂ ਮਿਲਿਆ ਵੀ ਸਤਿਗੁਰੂ ਪਾਤਸ਼ਾਹ ਜੀ, ਪੱਥਰ ਦਾ ਸੁਭਾਅ ਹੈ ਡੁੱਬਣਾ ਤੇ ਪਾਣੀ ਦਾ ਸੁਭਾਅ ਹੈ ਡੁੱਬਣਾ। ਪਾਣੀ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਪਾ ਦੇਵੋ ਉਹ ਡੁੱਬ ਜਾਵੇਗੀ, ਭਾਰੀ ਚੀਜ਼ ਹੋਵੇਗੀ ਉਹ ਡੁੱਬ ਜਾਵੇਗੀ। ਥੋੜ੍ਹੀ ਜਿਹੀ ਅਗਾਂਹ ਗਏ, ਦੁਬਾਰਾ ਤੋਂ ਫਿਰ ਸਵਾਲ ਕੀਤਾ। ਹੁਣ ਸਵਾਲ ਕੀਤਾ ਭਾਈ ਨੰਦ ਲਾਲ ਜੀ ਨੂੰ, ਤੇ ਸਤਿਗੁਰੂ ਜੀ ਆਖਣ ਲੱਗੇ, ਭਾਈ ਨੰਦ ਲਾਲ ਸਿੰਘ ਜੀ ਇਹ ਪੱਥਰ ਡੁੱਬਾ ਕਿਉਂ? ਤੇ ਜਦੋਂ ਇਹ ਗੱਲ ਹੋਈ ਤੇ ਅੱਖਾਂ ਦੇ ਵਿੱਚੋਂ ਪਾਣੀ ਹੈ ਤੇ ਰਸਨਾ ਦੇ ਵਿੱਚੋਂ ਬੋਲ ਨਹੀਂ ਨਿਕਲਦਾ। ਪਿੱਛੇ ਮੁੜ ਕੇ ਵੇਖਿਆ ਵੀ ਭਾਈ ਨੰਦ ਲਾਲ ਜੀ ਬੋਲੇ ਨਹੀਂ। ਪਿੱਛੇ ਮੁੜ ਕੇ ਵੇਖਦੇ ਨੇ, ਅੱਖਾਂ ਦੇ ਵਿੱਚੋਂ ਪਾਣੀ ਹੈ ਤੇ ਜ਼ੁਬਾਨ, ਗਲਾ ਜਿਹੜਾ ਭਰਿਆ ਪਿਆ, ਜ਼ੁਬਾਨ ਦੇ ਵਿੱਚੋਂ ਸ਼ਬਦ ਨਹੀਂ ਨਿਕਲ ਰਹੇ। ਤੇ ਦੁਬਾਰਾ ਤੋਂ ਫਿਰ ਸਵਾਲ ਕੀਤਾ, ਨੰਦ ਲਾਲ ਜੀ ਤੁਹਾਨੂੰ ਕੁਝ ਪੁੱਛਿਆ? ਤੇ ਅੱਗੋਂ ਜਵਾਬ ਦਿੱਤਾ। ਆਖਣ ਲੱਗੇ, ਸਤਿਗੁਰੂ ਬਾਕੀ ਤੇ ਮੈਨੂੰ ਕੁਝ ਪਤਾ ਨਹੀਂ, ਪੱਥਰ ਕਿਉਂ ਡੁੱਬਾ, ਪਾਣੀ ਨੇ ਕਿਉਂ ਡੁੱਬਿਆ। ਬਸ ਇਸ ਗੱਲ ਦਾ ਮੈਨੂੰ ਪਤਾ ਹੈ ਵੀ ਜਿਹੜਾ ਸਤਿਗੁਰੂ ਤੇਰੇ ਤੋਂ ਡਿੱਗ ਪਿਆ, ਤੇਰੇ ਹੱਥ ਤੋਂ ਛੁੱਟ ਗਿਆ, ਉਹ ਡੁੱਬ ਹੀ ਸਕਦਾ, ਕਦੇ ਤਰ ਨਹੀਂ ਸਕਦਾ। ਕਹਿਣ ਤੋਂ ਮੁਰਾਦ ਇਹ ਹੈ ਵੀ ਜਿਹੜਾ ਗੁਰੂ ਦੇ ਨਾਲ ਜੁੜਿਆ ਰਿਹਾ ਉਹ ਤਰ ਜਾਂਦਾ ਹੈ, ਤੇ ਜਿਹੜਾ ਗੁਰੂ ਤੋਂ ਵਿਛੜ ਗਿਆ ਉਹ ਡੁੱਬ ਜਾਂਦਾ ਹੈ।
ਉਹ ਭਾਵੇਂ ਫਿਰ ਸੰਸਾਰ ਦਾ ਭਵਜਲ ਸਾਗਰ ਹੋਵੇ, ਭਾਵੇਂ ਸੰਸਾਰ ਦੇ ਵਿਕਾਰ ਹੋਣ, ਹਰੇਕ ਪਾਸੇ ਤੋਂ ਉਹ ਡੁੱਬ ਜਾਂਦਾ ਹੈ। ਤੇ ਅੱਜ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਜੋੜਨ ਦਾ ਇੱਕ ਯਤਨ ਕੀਤਾ ਹੈ। ਅੱਜ ਦਾ ਜਿਹੜਾ ਦਿਨ ਹੈ ਬੜਾ ਹੀ ਵਿਲੱਖਣ ਦਿਨ ਹੈ। ਤੇ ਆਪਾਂ ਹੁਣ ਭਾਈ ਸਾਹਿਬ ਜੀ ਵੀ ਸ਼ਬਦ ਵਰਤ ਰਹੇ ਸਨ ਜਦੋਂ ਬੇਨਤੀ ਕੀਤੀ ਵੀ ਖਾਲਸਾ ਪ੍ਰਗਟ ਦਿਵਸ। ਪ੍ਰਗਟ ਨੂੰ ਥੋੜ੍ਹਾ ਜਿਹਾ ਸਮਝਣਾ ਪਵੇਗਾ, ਪ੍ਰਗਟ ਕਿਉਂ ਕਿਹਾ ਹੈ। ਨਹੀਂ ਤੇ ਆਪਾਂ ਜ਼ਿਆਦਾਤਰ ਸ਼ਬਦ ਵਰਤਨੇ ਆ ਵੀ ਖਾਲਸਾ ਸਾਜਨਾ ਦਿਵਸ ਹੋ ਗਿਆ ਜਾਂ ਜਨਮ ਦਿਹਾੜਾ ਸ਼ਬਦ ਵਰਤਦੇ ਆ। ਪਰ ਇੱਕ ਗੱਲ ਦਾ ਧਿਆਨ ਰੱਖਿਆ ਜੀ, ਜਿਹੜੀ ਚੀਜ਼ ਸੰਸਾਰ ਦੇ ਅੰਦਰ ਜਨਮ ਲਵੇਗੀ ਉਹ ਇੱਕ ਨਾ ਇੱਕ ਦਿਨ ਖਤਮ ਹੋਵੇਗੀ, ਤੇ ਜਿਹੜੀ ਚੀਜ਼ ਸੰਸਾਰ ਦੇ ਅੰਦਰ ਪਹਿਲਾਂ ਹੀ ਹੈ ਉਹ ਕੇਵਲ ਪ੍ਰਗਟ ਹੋ ਸਕਦੀ ਹੈ, ਉਹ ਕਦੇ ਖਤਮ ਨਹੀਂ ਹੋ ਸਕਦੀ। ਇਸੇ ਕਰਕੇ ਥੋੜ੍ਹਾ ਜਿਹਾ ਮੈਂ ਪਿਛੋਕੜ ਦੇ ਵੱਲ ਜਾਵਾਂ ਤੇ ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ ਵੀ ਆਖਣ ਲੱਗੇ, ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸ਼ਬਦ ਕੋਈ ਜਨਮ ਦਿਨ ਨਹੀਂ ਮਨਾਇਆ ਗਿਆ, ਆਖਿਆ ਗਿਆ ਵੀ ਜਨਮ ਦਿਨ ਹੈ। ਉੱਥੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਵੀ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਪ੍ਰਗਟ ਦੀ ਮੈਂ ਗੱਲ ਕਰ ਰਹੀ ਹਾਂ। ਪ੍ਰਗਟ ਕਰਨੀ ਕੋਈ ਵੱਖਰੀ ਚੀਜ਼ ਹੈ, ਪ੍ਰਗਟ ਹੋਣਾ ਕੋਈ ਵੱਖਰੀ ਚੀਜ਼ ਹੈ, ਜਨਮ ਹੋਣਾ ਉਹ ਵੱਖਰੀ ਚੀਜ਼ ਹੈ। ਤੇ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ, ਭਾਈ ਲਹਿਣੇ ਨੂੰ ਆਪਣਾ ਅੰਗ ਬਣਾ ਕੇ ਉਹਨੂੰ ਅੰਗਦ ਬਣਾਉਂਦੇ ਨੇ ਤੇ ਉਹਨੂੰ ਫਿਰ ਆਪਣੀ ਗੁਰਿਆਈ ਦੇ ਉੱਤੇ ਬਿਰਾਜਮਾਨ ਕਰਦੇ ਨੇ, ਆਪਣੀ ਜਿਹੜੀ ਜੋਤ ਹੈ ਉਹਨਾਂ ਦੇ ਵਿੱਚ ਟਿਕਾ ਦਿੱਤੀ। ਸੱਤੇ ਤੇ ਬਲਵੰਡ ਦਾ ਆਪਾਂ ਬਚਨ ਪੜ੍ਹਦੇ ਹਾਂ, ਜੋਤ ਊਹਾ ਜੁਗਤ ਸਾਏ ਸ਼ਹਿ ਕਾਇਆ ਫਿਰ ਪਲਟੀ ਹੈ। ਜੋਤ ਉਹੀ ਹੈ, ਜੁਗਤ ਵੀ ਉਹੀ ਹੈ। ਕੇਵਲ ਤੇ ਕੇਵਲ ਜਿਹੜਾ ਸਰੀਰ ਹੈ, ਸਰੀਰ ਪਲਟਿਆ, ਜੋਤ ਉਹੀ ਕੰਮ ਕਰ ਰਹੀ ਹੈ। ਥੋੜ੍ਹਾ ਜਿਹਾ ਅਗਾਂਹ ਨੂੰ ਚਲੇ ਜਾਈਏ। ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਉਹਦੇ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਗੁਰਿਆਈ ਦੇ ਉੱਤੇ ਬੈਠਦੇ ਨੇ। ਉਦੋਂ ਫਿਰ ਭਾਈ ਗੁਰਦਾਸ ਜੀ ਸ਼ਬਦ ਵਰਤਦੇ ਨੇ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਕਾਇਆ ਪਲਟੀ ਹੈ, ਅਲਟਾ ਪਲਟਾ ਹੋਇਆ ਹੈ। ਜੋਤ ਉਹੀ ਹੈ, ਜੋਤ ਉਹੀ ਕੰਮ ਕਰ ਰਹੀ ਹੈ, ਕੇਵਲ ਤੇ ਕੇਵਲ ਕਾਇਆ ਪਲਟ ਰਹੀ ਹੈ। ਤੇ ਜਦੋਂ ਫਿਰ ਦਸਵੇਂ ਪਾਤਸ਼ਾਹ ਦੀ ਗੱਲ ਆਉਂਦੀ ਹੈ ਉਦੋਂ ਫਿਰ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਜਿਹੜੀ ਜੋਤ ਗੁਰੂ ਨਾਨਕ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਤੱਕ ਕੰਮ ਕਰ ਰਹੀ ਹੈ ਤੇ ਉਸੇ ਹੀ ਜੋਤ ਨੂੰ ਫਿਰ ਸਤਿਗੁਰੂ ਜੀ ਨੇ ਖਾਲਸੇ ਦੇ ਵਿੱਚ ਟਿਕਾ ਦਿੱਤਾ। ਤੇ ਜਦੋਂ ਖਾਲਸੇ ਦੇ ਵਿੱਚ ਟਿਕਾਇਆ ਤੇ ਟਿਕਾ ਕੇ ਇਹ ਗੱਲ ਆਖੀ ਵੀ ਅੱਜ ਅਸੀਂ ਖਾਲਸੇ ਨੂੰ ਪ੍ਰਗਟ ਕਰ ਦਿੱਤਾ ਹੈ, ਭਾਵ ਖਾਲਸਾ ਪ੍ਰਗਟ ਹੋ ਗਿਆ। ਤੇ 30 ਮਾਰਚ 1699 ਦਾ ਦਿਨ ਹੈ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਕਿਉਂਕਿ ਇਸ ਗੱਲ ਦੀ ਜਿਹੜੀ ਖਬਰਾਂ ਨੇ ਉਹ ਪਹਿਲਾਂ ਹੁਕਮਨਾਮੇ ਦੇ ਤੌਰ ਤੇ ਪਹਿਲਾਂ ਪਹੁੰਚ ਚੁੱਕੀਆਂ ਸਨ ਸੰਗਤਾਂ ਤੱਕ। 30 ਮਾਰਚ 1698 ਦੀ ਜਿਹੜੀ ਵਿਸਾਖੀ ਹੈ ਉਦੋਂ ਵੀ ਸਤਿਗੁਰਾਂ ਨੇ ਹੁਕਮ ਕੀਤਾ ਸੀ ਤੇ ਨਾਲੋਂ ਨਾਲ ਹੁਕਮਨਾਮੇ ਵੀ ਸਤਿਗੁਰਾਂ ਨੇ ਜਾਰੀ ਕੀਤੇ ਸਨ ਵੀ 1699 ਦੀ ਜਿਹੜੀ ਵਿਸਾਖੀ ਹੋਵੇਗੀ ਉਸ ਦਿਨ ਕੁਝ ਇਹੋ ਜਿਹਾ ਕੋਤਕ ਕਰਨਾ ਹੈ ਤੇ ਆਪ ਸਭ ਸੰਗਤਾਂ ਇੱਥੇ ਪਹੁੰਚਣ। ਤੇ ਉਸ ਸਮੇਂ ਇਤਿਹਾਸਕਾਰ ਲਿਖਦੇ ਨੇ ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਮਨਾਈ ਹੈ ਤੇ ਉਦੋਂ 80,000 ਦੇ ਕਰੀਬ ਦਾ ਜਿਹੜਾ ਇਕੱਠ ਇਤਿਹਾਸਕਾਰ ਦੱਸਦੇ ਨੇ ਵੀ 80,000 ਦਾ ਇਕੱਠ ਸੀ। ਆਨੰਦਪੁਰ ਦੀ ਧਰਤੀ ਹੈ, ਕੇਸਗੜ੍ਹ ਦੀ ਪਹਾੜੀ ਹੈ। ਕੇਸਗੜ੍ਹ ਕਿਲ੍ਹਾ ਨਹੀਂ, ਇਹ ਪਹਾੜੀ ਸੀ। ਇੱਥੇ ਹੁਣ ਸਤਿਗੁਰਾਂ ਨੇ ਦੀਵਾਨ ਸਜਾਇਆ ਤੇ ਸਤਿਗੁਰਾਂ ਦੇ ਬਹਿਣ ਦੇ ਲਈ ਇੱਕ ਸੋਹਣਾ ਜਿਹੜਾ ਆਸਣ ਤਿਆਰ ਕੀਤਾ ਗਿਆ।
ਤੇ ਜਿਵੇਂ ਆਪਾਂ ਬੈਠੇ ਆ, ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਆਸਣ ਤਿਆਰ ਕੀਤਾ ਹੈ, ਇਸੇ ਪ੍ਰਕਾਰ ਸੰਗਤਾਂ ਸਭ ਬੈਠੀਆਂ ਨੇ। ਉਸ ਜਗ੍ਹਾ ਦੇ ਉੱਤੇ ਮਸੰਦ ਵੀ ਪਹੁੰਚੇ ਨੇ, ਆਮ ਸੰਗਤਾਂ ਵੀ ਪਹੁੰਚੀਆਂ ਨੇ, ਸਿਪਾਹੀ ਵੀ ਉਸ ਜਗ੍ਹਾ ਦੇ ਉੱਤੇ ਨੇ, ਸੈਨਾ ਵੀ ਉਸੇ ਜਗ੍ਹਾ ਦੇ ਉੱਤੇ ਹੈ। ਤੇ ਜਿਵੇਂ ਦੀਵਾਨ ਦੀ ਸਮਾਪਤੀ ਹੋਈ, ਸਮਾਪਤੀ ਹੋਣ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਣ ਦੇ ਉੱਪਰੋਂ ਉੱਠੇ ਨੇ। ਉੱਠ ਕੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕਿਰਪਾਨ ਨੂੰ ਜਿਹੜਾ ਬਾਹਰ ਕੱਢਿਆ। ਇਸ ਗੱਲ ਦੇ ਨਾਲ ਅਸੀਂ ਸਭ ਸਹਿਮਤ ਹਾਂ। ਤੇ ਕਿਰਪਾਨ ਨੂੰ ਬਾਹਰ ਕੱਢਣ ਤੋਂ ਬਾਅਦ ਉੱਚੀ ਆਵਾਜ਼ ਦੇ ਵਿੱਚ ਇੱਕ ਬੋਲ ਆਖਿਆ, ਹੈ ਕੋਈ ਸਿੱਖ ਕਾ ਬੇਟਾ ਜੋ ਸ਼ੀਸ਼ ਕਰੇ ਭੇਟਾ। ਵੀ ਕੋਈ ਇਹੋ ਜਿਹਾ ਮਰਦ ਸੂਰਮਾ ਹੈ, ਇਹ ਤਲਵਾਰ ਸ਼ੀਸ਼ ਮੰਗ ਰਹੀ ਹੈ। ਕੋਈ ਇਹੋ ਜਿਹਾ ਸਿੱਖ ਦਾ ਬੇਟਾ ਹੈ ਵੀ ਜਿਹੜਾ ਆਪਣਾ ਸ਼ੀਸ਼ ਹੈ, ਸ਼ੀਸ਼ ਨੂੰ ਭੇਟਾ ਕਰੇ। ਇਹ ਮੈਂ ਥੋੜ੍ਹੀ ਜਿਹੀ ਗੱਲ ਪਿੱਛੇ ਲੈ ਕੇ ਜਾਵਾਂਗਾ ਸ਼ੀਸ਼ ਦੀ। 2 ਵਾਰੀ ਆਖਿਆ, ਜਦੋਂ ਤੀਜੀ ਵਾਰੀ ਇਹ ਬਚਨ ਆਖੇ, ਲਾਹੌਰ ਦਾ ਰਹਿਣ ਵਾਲਾ ਭਾਈ ਦਇਆ ਰਾਮ ਜੀ ਉੱਠੇ ਨੇ, ਗਲ ਦੇ ਵਿੱਚ ਪੱਲਾ ਪਾਇਆ ਤੇ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਿਆ। ਤੇ ਉਹਦੇ ਤੋਂ ਬਾਅਦ ਇਤਿਹਾਸਕਾਰਾਂ ਦੇ ਵਿੱਚ ਥੋੜ੍ਹਾ ਜਿਹਾ ਮਤਭੇਦ ਵੀ ਹੈ, ਪਰ ਮੈਂ ਤੇ ਇਹ ਗੱਲ ਮੰਨਣਾ ਵਾ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੋਂ ਸਿੱਖ ਆਪਣਾ ਸਭ ਕੁਝ ਗੁਰੂ ਨੂੰ ਅਰਪ ਕਰ ਰਿਹਾ ਹੈ, ਤੇ ਜੇਕਰ 10ਵੇਂ ਪਾਤਸ਼ਾਹ ਜੀ ਨੇ ਸੀਸ ਵੀ ਮੰਗਿਆ ਹੋਵੇਗਾ, ਸਿੱਖ ਕਿਉਂ ਨਹੀਂ ਅਰਪ ਕਰੇਗਾ? ਕਿਉਂਕਿ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਆ ਨਾ ਵੀ ਗੁਰੂ ਨਾਨਕ ਪਾਤਸ਼ਾਹ ਦਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੇ ਆਓ। ਵੀ ਇਸ ਰਸਤੇ ਦੇ ਉੱਤੇ ਜੇਕਰ ਤੂੰ ਚੱਲਣਾ ਹੈ ਤੇ ਤੈਨੂੰ ਆਪਣਾ ਜਿਹੜਾ ਸੀਸ ਹੈ ਉਹ ਤਲੀ ਦੇ ਉੱਤੇ ਰੱਖ ਕੇ ਆਉਣਾ ਪਵੇਗਾ। ਉਹਦੇ ਤੋਂ ਥੋੜ੍ਹਾ ਜਿਹਾ ਅਗਾਂਹ ਚਲੇ ਜਾਈਏ, ਗੁਰੂ ਨਾਨਕ ਪਾਤਸ਼ਾਹ ਜੀ ਤੋਂ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ। 6ਵੇਂ ਪਾਤਸ਼ਾਹ ਜੀ ਗੁਰਿਆਈ ਦੇ ਉੱਪਰ ਬੈਠਦੇ ਨੇ, ਜਦੋਂ ਉੱਥੇ ਹੁਕਮਨਾਮੇ ਜਾਰੀ ਹੁੰਦੇ ਨੇ, ਪਿਆਰ ਵਾਲਿਓ ਖਾਲਸਾ ਜੀ, ਬੜੀ ਮਾਇਆ, ਬੜੀਆਂ ਚੀਜ਼ਾਂ ਤੁਸੀਂ ਗੁਰੂ ਘਰ ਦੇ ਲਈ ਇਸ ਜਗ੍ਹਾ ਦੇ ਉੱਤੇ ਭੇਟ ਕੀਤੀਆਂ ਨੇ, ਪਰ ਹੁਣ ਅੱਜ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਜਵਾਨੀਆਂ ਨੇ, ਇਹ ਜਵਾਨੀਆਂ ਸਾਨੂੰ ਚਾਹੀਦੀਆਂ ਨੇ। ਤੇ ਵਧੀਆ ਕਿਸਮ ਦੇ ਘੋੜੇ ਤੇ ਵਧੀਆ ਕਿਸਮ ਦੇ ਸ਼ਸਤਰ ਹੋਣ, ਉਹ ਲੈ ਕੇ ਤੁਸੀਂ ਇਸ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੋ। ਇਹ ਹੁਕਮਨਾਮੇ ਜਾਰੀ ਕੀਤੇ ਸਨ। ਤੇ ਉਸ ਸਮੇਂ ਫਿਰ ਕਈ ਨੌਜਵਾਨ ਫਿਰ ਚੱਲ ਕੇ ਸਤਿਗੁਰਾਂ ਦੇ ਕੋਲ ਵੀ ਆਏ ਸਨ ਕਿ ਉਦੋਂ ਫਿਰ ਸਤਿਗੁਰਾਂ ਨੇ ਕੋਈ ਸੀਸ ਨਾ ਮੰਗਿਆ ਹੋਵੇਗਾ। ਤੇ 4 ਜੰਗਾਂ ਹੁੰਦੀਆਂ ਨੇ ਸਤਿਗੁਰੂ ਪਾਤਸ਼ਾਹ ਦੀ, ਉਹਦੇ ਵਿੱਚ ਸ਼ਹੀਦੀ ਹੁੰਦੀ ਹੈ। ਕਿੰਨੇ ਸਿੱਖ ਜਿਹੜੇ ਸ਼ਹੀਦ ਹੁੰਦੇ ਨੇ। ਤੇ ਜਦੋਂ ਅਸੀਂ ਸਭ ਕੁਝ ਗੁਰੂ ਦੇ ਉੱਤੋਂ ਅਰਪ ਕਰਨ ਦੇ ਲਈ ਤਿਆਰ ਸਾਂ, ਤੇ ਸੀਸ ਕਿਸ ਗੱਲ ਦੀ ਸੀ? ਥੋੜ੍ਹਾ ਜਿਹਾ ਅੱਗੇ ਚਲੇ ਜਾਈਏ। 9ਵੇਂ ਪਾਤਸ਼ਾਹ ਦੀ ਦਾ ਸਮਾਂ ਆਉਂਦਾ, ਕਿਉਂਕਿ ਮੈਂ ਗੱਲ ਇਹ ਕਲੀਅਰ ਕਰਨਾ ਚਾਹੁੰਦਾ ਵਾਂ, ਸਾਡੇ ਮਨਾਂ ਦੇ ਵਿੱਚ ਕੁਝ ਮਤਭੇਦ ਬਣੇ ਹੋਏ ਨੇ, ਵੱਖੋ ਵੱਖ ਮਤਾਂ ਦੇ ਕਰਕੇ, ਜਿਵੇਂ ਜਿਹਨੂੰ ਜਿੰਨੀ ਕੁ ਸਮਝ ਉਹਦੇ ਅਨੁਸਾਰ ਕਿਸੇ ਨੇ ਇਹ ਵੀ ਗੱਲ ਆਖੀ ਵੀ ਬੱਕਰੇ ਵੀ ਝਟਕਾਏ, ਸੀਸ ਵੀ ਲਈ ਕਈਆਂ ਨੇ। ਪਰ ਕੇਵਲ ਤੇ ਕੇਵਲ ਇਹ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਵਾਂ ਵੀ ਜੇਕਰ ਸਿੱਖ ਪਹਿਲਾ ਸੀਸ ਦੇਣ ਦੇ ਲਈ ਤਿਆਰ ਹੈ, ਤੇ ਜਦੋਂ ਸਤਿਗੁਰਾਂ ਨੇ ਮੰਗੇ ਹੋਣਗੇ ਵੀ ਉਦੋਂ ਉਹਨਾਂ ਕਿਸੇ ਪ੍ਰਕਾਰ ਦੇ ਕੋਈ ਇਨਕਾਰੀ ਨਹੀਂ ਹੋਏ ਹੋਣਗੇ, ਉਦੋਂ ਉਹ ਦੇਣ ਲਈ ਤਿਆਰ ਸਨ। 9ਵੇਂ ਪਾਤਸ਼ਾਹ ਜੀ ਦਾ ਸਮਾਂ ਹੁੰਦਾ 1675 ਈਸਵੀ ਦੇ ਵਿੱਚ। ਦਿੱਲੀ ਦਾ ਚਾਂਦਨੀ ਚੌਂਕ ਹੈ। 3 ਸਿੱਖ ਸਤਿਗੁਰਾਂ ਦੇ ਨਾਲ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਇਸ ਔਰੰਗਜ਼ੇਬ ਦੇ ਵੱਲੋਂ ਬੜੇ ਜਬਰ ਵੀ ਕੀਤੇ ਗਏ, ਬੜੇ ਜ਼ੁਲਮ ਵੀ ਕੀਤੇ ਗਏ, ਅਨੇਕਾਂ ਪ੍ਰਕਾਰ ਦਾ ਇਹਨਾਂ ਦੇ ਉੱਤੇ ਜ਼ੁਲਮ ਵੀ ਕੀਤਾ ਹੈ। ਪਰ ਫਿਰ ਵੀ ਇਹ ਜਿਹੜੇ ਸਿੱਖ ਨੇ ਆਪਣਾ ਸੀਸ ਗੁਰੂ ਦੇ ਉੱਤੋਂ ਅਰਪਣ ਕਰਨ ਦੇ ਲਈ ਤਿਆਰ ਸਨ। ਇਹਨਾਂ ਨੇ ਇਹ ਗੱਲ ਨਹੀਂ ਆਖੀ ਵੀ ਇਹ ਸਾਡਾ ਗੁਰੂ ਨਹੀਂ, ਅਸੀਂ ਇਹਦੇ ਸਿੱਖ ਨਹੀਂ। ਇਹ ਗੱਲ ਨੂੰ ਅਸੀਂ ਸਭ ਜਾਣਦੇ ਹਾਂ। ਇਸ ਗੱਲ ਦੇ ਉੱਤੇ ਸਾਨੂੰ ਮਾਣ ਹੈ
1699 ਦਾ ਸਮਾਂ ਹੁੰਦਾ ਹੈ ਤੇ ਜਦੋਂ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਹੋਕਾ ਦਿੱਤਾ, ਆਵਾਜ਼ ਦਿੱਤੀ ਹੈ, ਕੋਈ ਹੈ ਸਿੱਖ ਕਾ ਬੇਟਾ, ਕੋਈ ਸ਼ੀਸ਼ ਕਰੇ ਭੇਟਾ। ਕੋਈ ਇਹੋ ਜਿਹਾ ਮਰਦ ਹੈ, ਕੋਈ ਇਹੋ ਜਿਹਾ ਸਿੱਖ ਹੈ ਜਿਹੜਾ ਆਪਣਾ ਸੀਸ ਗੁਰੂ ਦੇ ਉੱਤੋਂ ਭੇਟਾ ਕਰੇ। ਤੇ ਸਭ ਤੋਂ ਪਹਿਲਾ ਜਿਹੜਾ ਸਿੱਖ ਉੱਠ ਕੇ ਆਉਂਦਾ ਹੈ, ਉਹਦੇ ਵਿੱਚ ਸਿੱਖ ਦਾ ਨਾਮ ਹੈ ਭਾਈ ਦਇਆ ਰਾਮ ਜੀ, ਲਾਹੌਰ ਦੇ ਰਹਿਣ ਵਾਲੇ ਨੇ। ਕਿਉਂਕਿ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੋਣੇ ਲਈ ਸਾਡੇ ਲਈ ਬੜਾ ਜ਼ਰੂਰੀ ਹੈ। ਕੱਲ੍ਹ ਦੀ ਗੱਲ ਹੈ, ਮੈਂ ਆ ਰਿਹਾ ਸਾਂ ਤੇ ਰਸਤੇ ਦੇ ਵਿੱਚ ਮੈਨੂੰ ਕੋਈ ਸਿੱਖ ਮਿਲੇ ਆ। ਆਪਸ ਦੇ ਵਿੱਚ ਬੈਠਿਆਂ ਵੀ ਗੱਲਾਂ ਚੱਲਣ ਲੱਗ ਪਈਆਂ ਤੇ ਗੱਲਾਂ ਚੱਲਦਿਆਂ ਵੀ ਇਹ ਗੱਲ ਹੋਈ ਵੀ ਵਿਸਾਖੀ ਦੇ ਉੱਤੇ ਅਸੀਂ ਗੱਲ ਕਰਨ ਲੱਗ ਪਏ, ਖਾਲਸਾ ਸਾਜਨਾ ਦਿਵਸ ਦੇ ਉੱਤੇ। ਤੇ ਉਹਨਾਂ ਨੇ ਇੱਕ ਗੱਲ ਪੁੱਛੀ ਵੀ ਆਖਣ ਲੱਗੇ, ਭਾਈ ਸਾਹਿਬ ਪੰਜਾਂ ਪਿਆਰਿਆਂ ਦੇ ਨਾਮ ਕੀ ਨੇ? ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਅਸੀਂ ਖਾਲਸਾ ਵਾਂ, ਗੁਰੂ ਨਾਨਕ ਦੇ ਸਿੱਖ ਹਾਂ, ਪਰ ਪਿਆਰ ਵਾਲਿਓ ਸਾਨੂੰ ਪੰਜਾਂ ਪਿਆਰਿਆਂ ਦੇ ਨਾਮ ਨਹੀਂ ਪਤਾ। ਖਾਲਸਾ ਮਨਾ ਰਹੇ ਹਾਂ, ਅੱਜ ਕੋਈ ਸਾਨੂੰ ਆ ਕੇ ਸਵਾਲ ਕਰ ਦੇਵੇ, ਕੋਈ ਆ ਕੇ ਸਾਨੂੰ ਪੁੱਛ ਲਵੇ, ਆਮ ਤੁਸੀਂ ਵੀਡੀਓ ਤੁਸੀਂ ਵੇਖਦੇ ਹੋ ਵਾਇਰਲ ਹੋਈਆਂ ਹੁੰਦੀਆਂ ਨੇ, ਕੋਈ ਪ੍ਰਕਾਸ਼ ਪੁਰਬ ਹੋਵੇ ਜਾਂ ਗੁਰਪੁਰਬ ਹੋਵੇ, ਬੜੀ ਹੁਮ ਹੁਮਾ ਕੇ ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ। ਚੰਗੀ ਗੱਲ ਹੈ, ਜਾਣਾ ਚਾਹੀਦਾ, ਉਹ ਸਾਡੇ ਸਥਾਨ ਨੇ, ਕਿਸੇ ਹੋਰ ਦੇ ਨਹੀਂ। ਉਸ ਜਗ੍ਹਾ ਦੇ ਉੱਤੇ ਅਸੀਂ ਜਾਣਾ ਹੈ, ਕਿਸੇ ਹੋਰ ਨੇ ਨਹੀਂ ਜਾਣਾ। ਇਹ ਗੁਰੂ ਘਰ ਸਾਡੇ ਲਈ ਬਣੇ ਹੋਏ ਨੇ, ਗੁਰੂ ਘਰਾਂ 'ਚ ਚੱਲ ਕੇ ਅਸੀਂ ਆਉਣਾ ਹੈ। ਤੇ ਉੱਥੇ ਕਈ ਵਾਰੀ ਇਹ ਸਵਾਲ ਕੀਤਾ ਜਾਂਦਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਕਦੋਂ ਹੋਇਆ, ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਕਿਉਂ ਹੋਈ, 4 ਸਾਹਿਬਜ਼ਾਦੇ ਦੇ ਨਾਮ ਕੀ ਨੇ, 5 ਪਿਆਰਿਆਂ ਦੇ ਨਾਮ ਕੀ ਨੇ। ਤੇ ਉੱਥੇ ਅਸੀਂ ਚੁੱਪ ਕਰ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਇਸ ਪਿਛੋਕੜ ਦੇ ਬਾਰੇ ਜ਼ਿਆਦਾਤਰ ਪਤਾ ਹੀ ਨਹੀਂ। ਅਸੀਂ ਤੇ ਕੇਵਲ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਰਹਿ ਗਏ ਵੀ ਨਹੀਂ, ਇਹ ਇੱਦਾਂ ਨਹੀਂ, ਇੱਦਾਂ ਆ। ਤੇ ਜਦੋਂ ਹੁਣ ਪਹਿਲਾ ਸੀਸ ਮੰਗਿਆ ਤੇ ਭਾਈ ਦਇਆ ਰਾਮ ਜੀ ਚੱਲ ਕੇ ਆਉਂਦੇ ਨੇ ਤੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਨਾਲ ਲੈ ਕੇ ਤੰਬੂ ਦੇ ਵਿੱਚ ਚਲੇ ਜਾਂਦੇ ਨੇ। ਇਹਦੇ ਤੋਂ ਬਾਅਦ ਤਲਵਾਰ ਦੇ ਉੱਤੇ ਲਹੂ ਜਿਹੜਾ ਲੱਗਾ ਹੋਇਆ ਹੈ, ਬਾਹਰ ਆਉਂਦੇ ਨੇ ਤੇ ਆ ਕੇ ਦੁਬਾਰਾ ਤੋਂ ਫਿਰ ਬੇਨਤੀ ਇਹ ਕਰਦੇ ਨੇ, ਹੁਕਮ ਜਾਰੀ ਕਰਦੇ ਨੇ, ਭਾਈ ਕੋਈ ਹੋਰ ਹੈ ਇੱਕ ਸਿੱਖ ਕਾ ਬੇਟਾ, ਸ਼ੀਸ਼ ਕਰੇ ਭੇਟਾ। ਤੇ ਉਦੋਂ ਚੱਲ ਕੇ ਫਿਰ ਭਾਈ ਧਰਮ ਚੰਦ ਜੀ ਆਉਂਦੇ ਨੇ, ਜਿਹੜੇ ਆਪਾਂ ਕਹਿੰਦੇ ਹਾਂ ਦਿੱਲੀ ਦਾ ਹਸਨਾਪੁਰ ਦੇ ਰਹਿਣ ਵਾਲੇ ਨੇ। ਉਹ ਹਸਨਾਪੁਰ ਮੇਰਠ ਰੋਡ ਦੇ ਉੱਤੇ ਹੈ, ਮੈਂ ਦਰਸ਼ਨ ਕੀਤੇ ਹੋਏ ਨੇ। ਉਸ ਜਗ੍ਹਾ ਦੇ ਉੱਤੇ ਬੜਾ ਸੋਹਣਾ ਗੁਰੂ ਘਰ ਵੀ ਬਣਿਆ ਹੋਇਆ, ਆਲੀਸ਼ਾਨ ਗੁਰਦੁਆਰਾ ਬਣਾਇਆ ਹੋਇਆ। ਦਿੱਲੀ ਵਾਲੇ ਇੱਕ ਜੋ ਕਾਰ ਸੇਵਾ ਹਰਬੰਸ ਸਿੰਘ ਜੀ, ਉਹਨਾਂ ਨੇ ਗੁਰੂ ਘਰ ਬੜਾ ਸੋਹਣਾ ਬਣਾਇਆ। ਤੇ ਉਹਦੇ ਤੋਂ ਬਾਅਦ ਦੁਬਾਰਾ ਤੋਂ ਫਿਰ ਤੀਜੇ ਸ਼ੀਸ਼ ਦੀ ਜਦੋਂ ਮੰਗ ਕੀਤੀ ਤੇ ਇਹਦੇ ਤੋਂ ਬਾਅਦ ਚੱਲ ਕੇ ਸਭ ਤੋਂ ਪਹਿਲਾਂ ਦਇਆ ਰਾਮ, ਫਿਰ ਧਰਮ ਸਿੰਘ ਤੇ ਉਹਦੇ ਤੋਂ ਬਾਅਦ ਹਿੰਮਤ ਸਿੰਘ, ਜਿਹੜਾ ਹਿੰਮਤ ਜੀ ਆਉਂਦੇ ਨੇ। ਇਹ ਜਿਹੜੇ ਰਹਿਣ ਵਾਲੇ ਨੇ ਬਿਦਰ ਦੇ ਇਲਾਕੇ ਦੇ। ਚੌਥੇ ਜਦੋਂ ਸ਼ੀਸ਼ ਦੀ ਮੰਗ ਕੀਤੀ ਤੇ ਫਿਰ ਆਉਂਦੇ ਨੇ ਚੱਲ ਕੇ ਮੋਹਕਮ ਚੰਦ ਜੀ ਤੇ 5ਵੇਂ ਸਾਹਿਬ ਰਾਹੀ ਜੀ। ਇਹਨਾਂ ਪੰਜਾਂ ਨੂੰ ਫਿਰ ਨਾਲ ਲੈ ਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਨਵੀਂ ਕੋਤਕ, ਇੱਕ ਨਵੀਂ ਸਾਨੂੰ ਵਰਦੀ ਦੇ ਦਿੱਤੀ, ਇੱਕ ਖਾਲਸਾ ਸਾਜ ਦਿੱਤਾ, ਜਿਹਦੇ ਅੰਦਰ ਕੇਵਲ ਇੱਕ ਵਿਲੱਖਣਤਾ ਸੀ। 5 ਚੀਜ਼ਾਂ ਮੰਗਾਈਆਂ। ਸਭ ਤੋਂ ਪਹਿਲਾਂ ਤੇ ਇੱਕ ਬਾਟਾ ਮੰਗਾਇਆ, ਤੇ ਬਾਟਾ ਵੀ ਸਰਬ ਲੋਹ ਦਾ। ਬਰਤਨ ਹੋਰ ਬੜੇ ਹੋਣਗੇ, ਅਨੇਕਾਂ ਪ੍ਰਕਾਰ ਦੇ ਸੀ ਬਰਤਨ ਵਰਤਨੇ ਆ। ਤੇ ਬਾਟਾ ਮੰਗਾਉਣ ਦਾ ਮਤਲਬ ਕੀ ਸੀ? ਬਾਟੇ ਦਾ ਭਾਵ ਇਹ ਸੀ, ਸਿੱਖ ਦਾ ਜਿਹੜਾ ਹਿਰਦਾ ਹੈ ਇਹਦੀ ਵਿਸ਼ਾਲਤਾ ਹੋਣਾ ਚਾਹੀਦਾ, ਇਹਦੇ ਵਰਗਾ ਵਿਸ਼ਾਲ ਹੋਵੇ ਤੇ ਜਿਹਦੇ ਅੰਦਰ ਕੋਈ ਊਚ ਨੀਚਤਾ, ਕੋਈ ਭੇਦ ਭਾਵ ਨਾ ਹੋਵੇ। ਕਿਉਂਕਿ ਹਰੇਕ ਚੀਜ਼ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ ਰੱਖਦੀ ਹੈ। ਉਹਦੇ ਤੋਂ ਬਾਅਦ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਸਤਲੁਜ ਦਾ ਪਵਿੱਤਰ ਜਲ ਲਿਆ, ਪਾਣੀ ਲਿਆ। ਪਾਣੀ ਦੇ ਅੰਦਰ ਨਿਰਮਲਤਾ ਸਭ ਤੋਂ ਜ਼ਿਆਦਾ ਹੈ, ਕਿਉਂਕਿ ਪਾਣੀ ਦੇ ਵੀ ਅਨੇਕਾਂ ਗੁਣ ਨੇ, ਅਸੀਂ ਬਿਆਨ ਨਹੀਂ ਕਰ ਸਕਦੇ ਪਾਣੀ ਦੇ ਗੁਣ।
ਇਹ ਇਹੋ ਜਿਹਾ ਸਭ ਤੋਂ ਜ਼ਿਆਦਾ ਜਿਹੜੀ ਨਿਮਰਤਾ ਹੈ ਉਹ ਸਾਨੂੰ ਪਾਣੀ ਦੇ ਵਿੱਚ ਵਿਖਦੀ ਹੈ। ਅਸੀਂ ਧਰਤੀ ਤੇ ਰਹਿ ਰਹੇ ਹਾਂ ਤੇ ਧਰਤੀ ਪਾਣੀ ਤੋਂ ਉੱਤੇ ਹੈ, ਪਾਣੀ ਧਰਤੀ ਦੇ ਥੱਲੇ ਹੈ। ਤੇ ਦੂਜੀ ਵਿਲੱਖਣਤਾ ਇਹ ਹੈ, ਅਸੀਂ ਪਾਣੀ ਨੂੰ ਆਪਣੇ ਸਰੀਰ ਦੇ ਉੱਤੇ ਪਾਈਏ, ਸਰੀਰ ਭਾਵੇਂ ਜਿੰਨਾ ਮਰਜ਼ੀ ਲਿਬੜਿਆ ਹੋਵੇ, ਜਿੰਨੀ ਮਰਜ਼ੀ ਮਿੱਟੀ ਲੱਗੀ ਹੋਵੇ, ਤੇ ਇਹ ਪਾਣੀ ਉਸ ਮਿੱਟੀ ਨੂੰ ਉਤਾਰ ਦਿੰਦਾ, ਸਾਫ਼ ਕਰ ਦਿੰਦਾ ਹੈ। ਤੇ ਤੀਜੀ ਵਿਲੱਖਣਤਾ ਇਹ ਹੈ ਵੀ ਕਿਸੇ ਪ੍ਰਕਾਰ ਦਾ ਪਾਣੀ ਦੇ ਅੰਦਰ ਭੇਦਭਾਵ ਨਹੀਂ, ਇਹ ਸਾਰਿਆਂ ਦੀ ਪਿਆਸ ਬੁਝਾ ਰਿਹਾ, ਸਾਰਿਆਂ ਨੂੰ ਜੀਵਨ ਦਿੰਦਾ, ਭਾਵੇਂ ਕੋਈ ਉੱਚਾ ਪੀ ਲਵੇ, ਭਾਵੇਂ ਕੋਈ ਨੀਵਾਂ ਹੈ। ਚੌਥੀ ਵਿਲੱਖਣਤਾ ਇਹ ਆ ਵੀ ਇਹਨੂੰ ਜੇਕਰ ਤੁਸੀਂ ਗਰਮ ਦੇ ਧੁੱਪ ਦੇ ਵਿੱਚ ਰੱਖ ਦੇਵੋਗੇ ਇਹ ਤੱਤਾ ਹੋ ਜਾਵੇਗਾ, ਤੇ ਜੇਕਰ ਛਾਂ ਦੇ ਵਿੱਚ ਰੱਖ ਦੇਵੋਗੇ ਇਹ ਠੰਡਾ ਹੋ ਜਾਂਦਾ ਹੈ। ਪਰ ਇਹਦੀ ਤਸੀਰ, ਆਪਣਾ ਸੁਭਾਅ ਇਹ ਨਹੀਂ ਬਦਲਦਾ। ਪਾਣੀ ਉਬਲਦਾ ਹੋਵੇ ਤੁਸੀਂ ਤੇ ਥੱਲੇ ਅੱਗ ਬਲਦੀ ਹੋਵੇ ਤੇ ਉਸ ਚੋ ਦੇ ਉੱਤੇ ਅਸੀਂ ਪਾਣੀ ਨੂੰ ਪਾਈਏ ਤੇ ਉਹ ਅੱਗ ਜਿਹੜੀ ਹੈ ਬੁਝ ਜਾਂਦੀ ਹੈ, ਕਿਉਂਕਿ ਪਾਣੀ ਬੁਝਾਉਣ ਦਾ ਕੰਮ ਕਰਦਾ, ਭਾਵੇਂ ਉਹ ਪਿਆਸ ਹੋਵੇ, ਭਾਵੇਂ ਕੋਈ ਅੱਗ ਹੋਵੇ। ਇਸੇ ਕਰਕੇ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਜਦੋਂ ਬ੍ਰਹਮ ਗਿਆਲੀ ਦੀ ਗੱਲ ਕੀਤੀ ਤੇ ਉਹਦੀ ਤੁਲਨਾ ਫਿਰ ਪਾਣੀ ਦੇ ਨਾਲ ਕੀਤੀ ਹੈ, ਜਲ ਦੇ ਨਾਲ ਤੁਲਨਾ ਕੀਤੀ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗਿਆ ਜਲਾ। ਇਹ ਵਿਲੱਖਣਤਾ ਹੈ ਪਾਣੀ ਦੇ ਅੰਦਰ, ਇਹ ਗੁਣ ਹੈ, ਕਿਉਂਕਿ ਉਹ ਕਿਸੇ ਪ੍ਰਕਾਰ ਦੀ ਕੋਈ ਭੇਦਤਾ ਨਹੀਂ ਹੈ ਇਹਦੇ ਅੰਦਰ, ਕੋਈ ਉੱਚਾ ਹੈ, ਕੋਈ ਨੀਵਾ ਹੈ, ਸਭ ਇਹਦੇ ਲਈ ਬਰਾਬਰ ਨੇ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਬਾਟਾ ਲਿਆ ਤੇ ਦੂਜਾ ਇਹਦੇ ਵਿੱਚ ਸਤਲੁਜ ਦਾ ਜਿਹੜਾ ਨਿਰਮਲ ਜਲ ਹੈ ਉਸ ਨੂੰ ਪਾਇਆ ਗਿਆ। ਤੀਜਾ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਪਤਾਸੇ ਇਹਦੇ ਵਿੱਚ ਪਾਏ ਨੇ। ਹੁਣ ਜਦੋਂ ਅਸੀਂ ਪਤਾਸਿਆਂ ਨੂੰ ਵੇਖਦੇ ਹਾਂ, ਆਮ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ, ਪਤਾਸਿਆਂ ਦਾ ਸਾਈਜ਼ ਕਦੇ ਵੀ ਇੱਕ ਨਹੀਂ ਹੁੰਦਾ, ਕੋਈ ਛੋਟੇ ਹੁੰਦੇ ਨੇ, ਕੋਈ ਵੱਡੇ ਹੁੰਦੇ ਨੇ। ਇਹਦੇ ਤੋਂ ਭਾਵ ਇਹ ਹੁੰਦਾ ਵੀ ਭਾਵੇਂ ਕੋਈ ਛੋਟਾ ਹੋਵੇ, ਭਾਵੇਂ ਕੋਈ ਵੱਡਾ ਹੋਵੇ, ਜੇਕਰ ਇੱਕ ਵਾਰੀ ਗੁਰੂ ਦੇ ਨਾਲ ਮਿਲ ਗਿਆ, ਗੁਰੂ ਦੇ ਵਿੱਚ ਇੱਕਮਿਕ ਹੋ ਗਿਆ, ਉਹ ਆਪਣੀ ਉੱਚਤਾ ਤੇ ਨੀਚਤਾ ਨੂੰ ਖਤਮ ਕਰ ਦਿੰਦਾ ਹੈ। ਉਹਦੇ ਲਈ ਸਭ ਕੁਝ ਬਰਾਬਰ ਹੈ। ਤੇ ਇਹਦੇ ਅੰਦਰ ਵੀ ਕੋਈ ਗੁਣ ਸਨ ਪਤਾਸੇ ਵਿੱਚ ਪਾਏ ਗਏ, ਜਿਹਦੇ ਨਾਲ ਜਦੋਂ ਇਹ ਮਿਠਾਸ ਫੜ ਜਾਂਦੇ ਨੇ, ਉੱਥੇ ਸਤਿਗੁਰੂ ਪਾਤਸ਼ਾਹ ਜੀ ਕੋਈ ਗੁੜ ਵੀ ਵਰਤ ਸਕਦੇ ਸਨ, ਜਾਂ ਹੋਰ ਵੀ ਕੋਈ ਮਿੱਠੀ ਚੀਜ਼ ਵਰਤ ਸਕਦੇ ਸਨ। ਚੌਥੀ ਜਿਹੜੀ ਚੀਜ਼ ਹੈ, ਫਿਰ ਸਤਿਗੁਰਾਂ ਨੇ ਇੱਕ ਖੰਡਾ ਲਿਆ। ਖੰਡੇ ਤੋਂ ਭਾਵ ਇਹ ਸੀ, ਇਹ ਜਿਹੜੀ ਖੰਡਾ ਹੈ ਜਦੋਂ ਤੱਕ ਗੁਰੂ ਦੇ ਨਾਲ ਜੁੜਿਆ ਹੋਇਆ ਇਹਦੇ ਵਿੱਚ ਹੈ, ਉਦੋਂ ਤੱਕ ਇਹ ਚੰਗਿਆਈ ਦੇ ਕੰਮ ਕਰੇਗਾ, ਤੇ ਜਦੋਂ ਕੋਈ ਇਹਦੇ ਤੇ ਚੜ੍ਹ ਕੇ ਆਵੇਗਾ ਤੇ ਉਦੋਂ ਇਹ ਬਾਹਰ ਨਿਕਲਣ ਤੇ ਕੋਈ ਸਮਾਂ ਨਹੀਂ ਲਾਉਂਦਾ। ਇਹ ਚਾਰ ਚੀਜ਼ਾਂ ਤੇ ਮਿਸ਼ਰਣ ਤੋਂ ਬਾਅਦ ਫਿਰ ਪੰਜਵੀਂ ਜਿਹੜੀ ਚੀਜ਼ ਹੈ, ਉਹ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਦੀ ਬਾਣੀ, ਗੁਰੂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਵਿੱਚ ਪਾਇਆ, ਕਿਉਂਕਿ ਬਾਣੀ ਨੂੰ ਅਸੀਂ ਮੰਨਦੇ ਹਾਂ ਕਿ ਅੰਮ੍ਰਿਤ ਰੂਪੀ ਬਾਣੀ ਹੈ। ਭਾਵ ਇਹਦੇ ਤੋਂ ਤੁਸੀਂ ਇਹ ਲਾ ਲਵੋ ਵੀ ਪੰਜਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਰੂਪ ਹੈ ਉਹਦੇ ਵਿੱਚ ਟਿਕਾ ਦਿੱਤਾ, ਤੇ ਉਹਦੇ ਤੋਂ ਬਾਅਦ ਜਿਹੜਾ ਅੰਮ੍ਰਿਤ ਤਿਆਰ ਹੋਇਆ, ਅੰਮ੍ਰਿਤ ਤਿਆਰ ਹੋਣ ਤੋਂ ਬਾਅਦ ਇਹ ਪੰਜਾਂ ਪਿਆਰਿਆਂ ਨੂੰ ਜਦੋਂ ਛਕਾਉਣ ਲੱਗੇ ਨੇ, ਤੇ ਇੱਕ ਗੱਲ ਦਾ ਧਿਆਨ ਰੱਖਿਆ, ਜੇ ਉਸ ਸਮੇਂ ਇੱਕੋ ਹੀ ਰੂਪ ਕਰ ਦਿੱਤਾ, ਪੰਜਾਂ ਨੂੰ ਇੱਕੋ ਹੀ ਵਰਦੀ ਪਵਾਈ ਹੈ, ਤੇ ਉਹ ਜਿਹੜੀ ਵਰਦੀ ਹੈ ਪੰਜ ਕਕਾਰੀ ਵਰਦੀ। ਸਾਡੇ ਜਿਹੜੇ ਬੱਚੇ ਨੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਕਾਲਜਾਂ ਦੇ ਵਿੱਚ ਪੜ੍ਹਦੇ ਨੇ, ਡਿਗਰੀ ਸਾਨੂੰ ਕਾਲਜ ਤੋਂ ਬਾਅਦ ਮਿਲਦੀ ਹੈ। ਕਾਲਜ ਦੇ ਵਿੱਚ ਜਾ ਕੇ ਤਿੰਨ ਚੀਜ਼ਾਂ ਨੇ, ਇੱਕ ਸਿੱਖ, ਦੂਜਾ ਗੁਰਸਿੱਖ ਤੇ ਤੀਜਾ ਗੁਰਸਿੱਖੜਾ। ਸਿੱਖ ਨੂੰ ਤੁਸੀਂ ਇੱਦਾਂ ਮੰਨ ਲਓ ਵੀ ਨਰਸਰੀ ਕਲਾਸ ਦੇ ਵਿੱਚ ਹੈ ਜੀ, ਸ਼ੁਰੂ ਕੀਤਾ ਹੈ। ਗੁਰਸਿੱਖ ਤੋਂ ਭਾਵ ਹੈ ਉਹ ਸਿੱਖਣ ਲੱਗ ਪਿਆ ਹੈ, ਤੇ ਜਦੋਂ ਉਹ ਗੁਰਸਿੱਖੜਾ ਬਣ ਜਾਂਦਾ ਹੈ ਵੀ ਉਦੋਂ ਉਹ ਸਿੱਖ ਲੈਂਦਾ ਹੈ। ਭਾਵ ਇਹ ਹੈ ਵੀ ਜਿਹੜਾ ਸਿੱਖ ਹੈ ਉਹ ਸਕੂਲ ਹੈ, ਨਰਸਰੀ ਕਲਾਸ ਹੈ, ਗੁਰਸਿੱਖ ਸਕੂਲ ਹੈ,
ਤੇ ਜਿਹੜਾ ਉਹਦੇ ਤੋਂ ਬਾਅਦ ਗੁਰਸਿੱਖੜਾ ਹੈ ਉਹ ਕਾਲਜ ਹੈ। ਕਾਲਜ ਤੋਂ ਬਾਹਰ ਜਾ ਕੇ ਜਦੋਂ ਉਸ ਨੂੰ ਬੰਦਾ ਪਾਸ ਕਰ ਲੈਂਦਾ, ਬੱਚੇ ਪਾਸ ਕਰਦੇ ਨੇ, ਉਹਦੇ ਤੋਂ ਬਾਅਦ ਫਿਰ ਇੱਕ ਡਿਗਰੀ ਮਿਲਦੀ ਹੈ। ਤੇ ਜਿਸ ਡਿਗਰੀ ਦਾ ਕੋਈ ਨਾ ਕੋਈ ਮਾਇਨੇ ਹੁੰਦਾ, ਕੋਈ ਨਾ ਕੋਈ ਮਤਲਬ ਹੁੰਦਾ, ਤੇ ਜਿਸ ਚੀਜ਼ ਨੂੰ ਵਿਖਾ ਕੇ ਅਸੀਂ ਕਿਤੇ ਵੀ ਜਾ ਕੇ ਇਹ ਵਿਖਾ ਸਕਦੇ ਹਾਂ ਫਲਾਣੀ ਜਗ੍ਹਾ ਦੇ ਉੱਤੋਂ ਅਸੀਂ ਇਹ ਵਿੱਦਿਆ ਪ੍ਰਾਪਤ ਕੀਤੀ ਹੈ, ਇੱਕ ਡਿਗਰੀ ਦਾ ਕੰਮ ਕਰਦੀ ਹੈ। ਤੇ ਇਸੇ ਪ੍ਰਕਾਰ ਹੀ ਤੇ ਉਹ ਡਿਗਰੀ ਲੈਣ ਦੇ ਲਈ ਕੋਈ ਨਾ ਕੋਈ ਇੱਕ ਵਰਦੀ ਹੁੰਦੀ ਹੈ ਵੀ ਹਰੇਕ ਬੱਚਾ ਉਸ ਵਰਦੀ ਨੂੰ ਪਾ ਕੇ ਆਉਂਦਾ ਹੈ ਉਸ ਡਿਗਰੀ ਨੂੰ ਲੈਣ ਦੇ ਲਈ। ਇਸੇ ਪ੍ਰਕਾਰ ਖਾਲਸਾ ਇੱਕ ਡਿਗਰੀ ਹੈ। ਤੇ ਜਦੋਂ ਇਹ ਡਿਗਰੀ ਦਿੱਤੀ ਗਈ ਤੇ ਉਦੋਂ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਵਰਦੀ ਰੱਖ ਦਿੱਤੀ, 5 ਕਕਾਰੀ ਵਰਦੀ, ਜਿਹਦੇ ਅੰਦਰ ਸਭ ਤੋਂ ਪਹਿਲਾ ਕੇਸ਼, ਸਾਡੇ ਜਿਹੜੇ ਸਿਰ ਦੇ ਕੇਸ ਨੇ, ਇਹਦੀ ਵੀ ਆਪੋ ਆਪਣੀ ਮਹੱਤਤਾ ਹੈ। ਪੁਰਾਣੇ ਸਮੇਂ ਨੂੰ ਜਦੋਂ ਵੇਖੀਏ ਤੇ ਭਾਵੇਂ ਕਿਸੇ ਵੀ ਧਰਮ ਦਾ ਕੋਈ ਰਹਿਬਰ ਹੈ, ਭਾਵੇਂ ਕੋਈ ਫਕੀਰ ਹੈ, ਉਹ ਸਾਬਤ ਸੂਰਤ ਹੋਇਆ ਕਰਦਾ ਸੀ, ਕਦੇ ਵੀ ਆਪਣੇ ਸਰੀਰ ਦੇ ਅੰਗਾਂ ਦੇ ਨਾਲ ਕੇਸਾਂ ਦੀ ਕਦੇ ਵੀ ਬੇਦਬੀ ਨਹੀਂ ਸੀ ਕਰਦਾ ਹੁੰਦਾ। ਤੇ ਜਿਹੋ ਜਿਹਾ ਮਾਲਕ ਨੇ ਪੈਦਾ ਕੀਤਾ ਹੈ, ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਣਾਇਆ ਉਹਦੇ ਵਰਗਾ ਹੀ ਹੈ। ਇਹ ਤੇ ਸਾਡੇ ਆਪਣੇ ਬਣਾਏ ਹੋਏ ਮਤ ਨੇ, ਇਹ ਤੇ ਅਸੀਂ ਆਪਣੇ ਪੰਥ ਮਤ ਚਲਾਏ ਹੋਏ ਨੇ ਵੀ ਕੋਈ ਕਿਸ ਧਰਮ ਦੇ ਨਾਲ ਬਿਲੋਂਗ ਕਰਦਾ, ਕੋਈ ਉੱਚਾ ਹੈ, ਕੋਈ ਨੀਵਾਂ ਹੈ, ਕਿਹੜਾ ਕਿਹੜੀ ਜਾਤ ਦੇ ਵਿੱਚ ਹੈ, ਕਿਹੜਾ ਕਿਹੜੀ ਜਾਤ ਦੇ ਵਿੱਚ ਹੈ। ਪਰ ਮਾਲਕ ਨੇ ਤੇ ਸਭ ਨੂੰ ਇੱਕ ਬਣਾ ਕੇ ਭੇਜਿਆ ਨਾ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਭ ਇੱਕ ਹੀ ਨੂਰ ਤੋਂ ਪੈਦਾ ਹੋਏ ਨੇ, ਸਾਰਿਆਂ ਦੇ ਅੰਦਰ ਇੱਕ ਦੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੇ ਇਸੇ ਕਰਕੇ ਹੀ ਜੋ ਮਾਲਕ ਨੇ ਸਾਨੂੰ ਬਣਾਇਆ, ਜੋ ਸਾਨੂੰ ਰੂਪ ਦਿੱਤਾ ਹੈ, ਉਸੇ ਹੀ ਰੂਪ ਦੇ ਵਿੱਚ ਰਹਿਣ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਉਸੇ ਰਹਿਤ ਦੇ ਵਿੱਚ ਰਹਿਣ ਦੇ ਲਈ ਸਭ ਤੋਂ ਪਹਿਲਾਂ ਕੇਸ ਇੱਕ ਕਕਾਰ ਬਣਾ ਦਿੱਤਾ। ਭਾਈ ਤੂੰ ਕੇਸਾਂ ਦਾ ਧਾਰਨੀ ਹੋਵੇ, ਕੇਸ ਜ਼ਰੂਰ ਹੋਣ ਤੇਰੇ, ਤੂੰ ਕਿਸੇ ਪ੍ਰਕਾਰ ਆਪਣੇ ਸਰੀਰ ਦੇ ਨਾਲ ਛੇੜਖਾਨੀ ਨਾ ਕਰੇ। ਉਹਦੇ ਤੋਂ ਬਾਅਦ ਕੰਘਾ, ਦੂਜਾ ਜਿਹੜਾ ਕਕਾਰ ਹੈ, ਕੰਘੇ ਦਾ ਵੀ ਆਪਣੇ ਆਪ ਦੇ ਵਿੱਚ ਕੋਈ ਮਹੱਤਤਾ ਸੀ। ਉਹ ਵੀ ਲੱਕੜ ਦਾ ਕੰਘਾ ਅਸੀਂ ਵਰਤਨੇ ਆ। ਵੈਸੇ ਤੇ ਅੱਜ ਕੱਲ੍ਹ ਅਨੇਕਾਂ ਪ੍ਰਕਾਰ ਦੇ ਕੋਈ ਪਲਾਸਟਿਕ ਦੇ ਵੀ ਆ ਗਏ ਨੇ। ਚਲੋ ਸਮੇਂ ਦੇ ਨਾਲ ਜਿਵੇਂ ਜਿਵੇਂ ਸਾਨੂੰ ਕਿਸੇ ਦੱਸਿਆ ਵੀ ਉਹਦੇ ਅਨੁਸਾਰ ਅਸੀਂ ਹੋ ਗਏ ਹਾਂ। ਪਰ ਜੇਕਰ ਮਹੱਤਤਾ ਦਿੱਤੀ ਹੈ, ਉਹ ਦਿੱਤੀ ਹੈ ਲੱਕੜ ਦੇ ਕੰਘੇ ਨੂੰ। ਤੇ ਜਦੋਂ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਨਾ, ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਸਾਡੇ ਸਿਰ ਦੇ ਵਿੱਚ ਪੀੜ ਹੋ ਰਹੀ ਹੈ, ਅੱਧਾ ਸਿਰ ਦਰਦ ਕਰਦਾ ਵੀ ਅੱਧਾ ਨਹੀਂ ਕਰਦਾ, ਅਸੀਂ ਇਹ ਗੱਲ ਕਹਿੰਦੇ ਹਾਂ। ਤੇ ਡਾਕਟਰਾਂ ਦਾ ਇਹ ਮੰਨਣਾ ਵੀ ਇਹ ਜਿਹੜਾ ਲੱਕੜ ਦਾ ਕੰਘਾ ਹੈ, ਜਦੋਂ ਮਨੁੱਖ ਸਿਰ ਦੇ ਉੱਤੇ ਫਿਰਦਾ ਹੈ ਤੇ ਇਹ ਅੱਧੇ ਸਿਰ ਦੀ ਜਿਹੜੀ ਦਰਦ ਹੈ ਉਸ ਨੂੰ ਖਤਮ ਕਰ ਦਿੰਦਾ ਹੈ। ਤੇ ਦੂਜੀ ਗੱਲ, ਇਹ ਕੰਘੇ ਤੋਂ ਭਾਵ ਇਹ ਹੈ ਕਿ ਮਨੁੱਖ ਜਿਹੜਾ ਇਹ ਆਲਸੀ ਨਹੀਂ, ਸਦਾ ਚੁਸਤ ਹੈ। ਤੇ ਇਸੇ ਕਰਕੇ ਜਦੋਂ ਅਸੀਂ ਬਾਹਰੋਂ ਜਾਂ ਕਿਤੋਂ ਆਈਏ ਜਾਂ ਕਿਤੇ ਜਾਣਾ ਹੋਵੇ, ਸਭ ਤੋਂ ਪਹਿਲਾਂ ਆ ਕੇ ਆਪਣੇ ਕੇਸਾਂ ਨੂੰ ਬੰਨ੍ਹਦੇ ਹਾਂ। ਅਸੀਂ ਕਹਿੰਦੇ ਹਾਂ ਸਾਨੂੰ ਰਿਲੈਕਸ ਫੀਲ ਹੁੰਦਾ, ਅਸੀਂ ਰਿਲੈਕਸ ਹੋ ਗਏ ਹਾਂ। ਕੰਘੀ ਦੀ ਆਪਣੀ ਮਹਾਨਤਾ ਸੀ। ਉਹਦੇ ਤੋਂ ਬਾਅਦ ਤੀਜਾ ਜਿਹੜਾ ਕਕਾਰ ਦਿੱਤਾ ਗਿਆ ਉਹ ਕੜਾ, ਕਿਉਂਕਿ ਇੱਕ ਗੁਰੂ ਵਿਲੱਖਣ ਰੂਪ ਧਾਰਨ ਕਰਨਾ ਚਾਹੁੰਦਾ ਸੀ, ਬਣਾਉਣਾ ਚਾਹੁੰਦਾ ਸੀ ਖਾਲਸੇ ਨੂੰ ਵਿਲੱਖਣਤਾ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰਮਲ ਪੰਥ ਦੇ ਰੂਪ ਦੇ ਵਿੱਚ ਚਲਾਇਆ ਸੀ। ਮਾਰਿਆ ਸਿੱਕਾ ਜਗਤ ਵਿੱਚ, ਗੁਰੂ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਤੋਂ ਭਾਵ ਇਹ ਹੈ ਵੀ ਕੋਈ ਵੱਖਰਾ ਪੰਥ ਬਿਲਕੁਲ ਨਿਰਮਲ ਹੋਵੇ, ਜਿਹਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਊਣਤਾਈ, ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਨਾ ਹੋਵੇ। ਕੜਾ ਵੀ ਕਿਹੜਾ, ਸਰਬਲੋ ਦਾ। ਇਹਦਾ ਕਾਰਨ ਕੀ ਹੈ? ਕਦੇ ਆਪਾਂ ਜੋਤਸ਼ੀਆਂ ਦੇ ਕੋਲ ਜਾਈਏ ਨਾ, ਜੋਤਸ਼ੀ ਇੱਕ ਗੱਲ ਆਖਿਆ ਕਰਦੇ ਨੇ, ਉਹਨਾਂ ਦੇ ਕੋਲੋਂ ਕੋਈ ਮੰਤਰ ਜਾਂ ਟੂਣਾ ਕਰਾਉਣ ਦੇ ਲਈ ਜਾਈਏ, ਉਹ ਕਹਿੰਦੇ ਨੇ ਤੁਹਾਡੇ ਸਰੀਰ ਦੇ ਉੱਤੇ ਕੋਈ ਲੋਹਾ ਤੇ ਨਹੀਂ,
ਕਿਉਂਕਿ ਉਹਨਾਂ ਨੂੰ ਪਤਾ ਹੈ ਜਦੋਂ ਤੱਕ ਲੋਹਾ ਹੋਵੇਗਾ ਕਿਸੇ ਪ੍ਰਕਾਰ ਦਾ ਕੋਈ ਜੰਤਰ ਤੇ ਮੰਤਰ ਕੰਮ ਨਹੀਂ ਕਰੇਗਾ। ਤੇ ਇਸੇ ਪ੍ਰਕਾਰ ਜੇਕਰ ਸਤਿਗੁਰੂ ਪਾਤਸ਼ਾਹ ਜੀ ਨੇ ਕੜੇ ਦੀ ਜਿਹੜਾ ਕਕਾਰ ਦਿੱਤਾ ਹੈ, ਉਹਦੇ ਤੋਂ ਭਾਵ ਇਹ ਸੀ ਕਿ ਮਨੁੱਖ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪਵੇਗਾ, ਕਿਸੇ ਪ੍ਰਕਾਰ ਦਾ ਕੋਈ ਭਰਮ, ਕਿਸੇ ਪ੍ਰਕਾਰ ਦਾ ਕੋਈ ਜੰਤਰ ਮੰਤਰ ਇਹਦੇ ਤੇ ਕੰਮ ਨਹੀਂ ਕਰੇਗਾ। ਇਹੀ ਗੱਲ ਸੀ ਨਾ ਵੀ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਆਪਾਂ ਇੱਕ ਘਟਨਾ ਵੀ ਪੜ੍ਹਦੇ ਹਾਂ। ਕੋਈ ਸ਼ਨੀ ਦਾ ਪੁਜਾਰੀ ਆਇਆ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਤੇ ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਅੱਜ ਸ਼ਨੀਚਰਵਾਰ ਹੈ, ਸ਼ਨੀਵਾਰ ਹੈ, ਅੱਜ ਸ਼ਨੀ ਦੇਵਤੇ ਨੂੰ ਜੇਕਰ ਤੁਸੀਂ ਆਹ ਚੀਜ਼ਾਂ ਭੇਟ ਕਰੋਗੇ ਤੇ ਸ਼ਨੀ ਦੇਵਤਾ ਤੁਹਾਡੇ ਤੋਂ ਖੁਸ਼ ਹੋਵੇਗਾ, ਨਹੀਂ ਤੁਸੀਂ ਕਰੋਪੀ ਦੇ ਭਾਗੀ ਬਣ ਜਾਵੋਗੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕੀ ਕੀਤਾ ਵੀ ਸਰੋਂ ਦਾ ਤੇਲ ਤੇ ਉਹਦੇ ਨਾਲ ਕੋਈ ਦਾਲ ਦੇ ਦਿੱਤੀ ਤੇ ਤੀਜਾ ਥੋੜ੍ਹਾ ਜਿਹਾ ਲੋਹਾ ਇਕੱਠਾ ਕਰਕੇ ਦੇ ਦਿੱਤਾ। ਰਸਤੇ ਦੇ ਵਿੱਚ ਹੁਣ ਗੁਰੂ ਦੇ ਸਿੱਖ ਮਿਲ ਪਏ ਤੇ ਗੁਰੂ ਤੇ ਪਰਖ ਲੈਣਾ ਚਾਹੁੰਦਾ ਹੈ ਨਾ, ਵੀ ਕਿਸੇ ਵੀ ਤਰੀਕੇ ਦੇ ਨਾਲ ਪਰਖ ਲੈ ਸਕਦਾ। ਜਿਸ ਜਗ੍ਹਾ ਦੇ ਉੱਤੋਂ ਸਿੱਖਿਆ ਮਿਲੇਗੀ ਤੇ ਉੱਥੇ ਪ੍ਰੀਖਿਆ ਵੀ ਜ਼ਰੂਰ ਹੋਵੇਗੀ। ਜਿਸ ਜਗ੍ਹਾ ਦੇ ਉੱਤੇ ਸਿੱਖਿਆ ਹੈ, ਜੇਕਰ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ 10 ਜਾਮਿਆਂ ਤੱਕ ਸਾਨੂੰ ਗੁਰੂ ਸਿੱਖਿਆ ਦੇ ਰਿਹਾ ਤੇ ਕਈ ਵਾਰੀ ਪ੍ਰੀਖਿਆਵਾਂ ਵੀ ਹੁੰਦੀਆਂ ਨੇ। ਅੱਜ ਪ੍ਰੀਖਿਆ ਹੋ ਰਹੀ ਹੈ। ਪ੍ਰੀਖਿਆ ਕੀ, ਰਸਤੇ 'ਚ ਸਿੱਖ ਮਿਲੇ ਨੇ, ਸਿੱਖ ਪੁੱਛਦੇ ਨੇ ਪੁਜਾਰੀ ਜੀ ਕਿੱਥੋਂ ਆਏ ਹੋ? ਅੱਗੋਂ ਜਵਾਬ ਮਿਲਦਾ ਵੀ ਸਤਿਗੁਰੂ ਦੇ ਦਰ ਦੇ ਉੱਤੇ ਆਏ ਹੋ। ਕਹਿੰਦੇ ਆ ਕੇ ਚੁੱਕੀ ਫਿਰਦੇ ਹੋ? ਕਹਿੰਦੇ ਸਤਿਗੁਰਾਂ ਨੇ ਦਿੱਤਾ ਹੈ। ਕਹਿੰਦੇ ਗੁਰੂ ਨਾਨਕ ਦਾ ਘਰ ਹੋਵੇ, ਗੁਰੂ ਨਾਨਕ ਦੇ ਘਰ ਤੋਂ ਚੀਜ਼ ਕਿਵੇਂ ਬਾਹਰ ਜਾ ਸਕਦੀ ਹੈ? ਇਹਨਾਂ ਨੇ ਇਹ ਤੇਲ ਖੋਇਆ, ਦਾਲ ਲਈ ਤੇ ਇਹ ਲੋਹਾ ਲਿਆ ਤੇ ਲੋਹਾ ਲੈ ਕੇ ਆ ਗਏ ਨੇ। ਲਿਆ ਕੇ ਸਤਿਗੁਰਾਂ ਦੇ ਸਨਮੁਖ ਲੋਹੇ ਦੇ ਘੜੇ ਤਿਆਰ ਕੀਤੇ ਨੇ। ਤੇਲ ਦੇ ਵਿੱਚ ਇਹਨਾਂ ਨੇ ਦਾਲ ਨੂੰ ਜਿਹੜਾ ਉਬਾਲਿਆ ਗਿਆ, ਲੰਗਰਾਂ ਦੇ ਵਿੱਚ ਇਸ ਨੂੰ ਵਰਤਿਆ ਗਿਆ, ਗੁਰੂ ਕਾ ਲੰਗਰ ਤਿਆਰ ਹੋਇਆ। ਤੇ ਜਦੋਂ ਕੜੇ ਲੈ ਕੇ ਸਤਿਗੁਰਾਂ ਦੇ ਕੋਲ ਆਏ ਨੇ ਤੇ ਸਤਿਗੁਰਾਂ ਨੇ ਆਖਿਆ ਵੀ ਕੜਾ ਬੜਾ ਸੋਹਣਾ ਹੈ। ਤੇ ਸਿੱਖ ਅੱਗੋਂ ਮੁਸਕਰਾ ਕੇ ਆਖਣ ਲੱਗੇ, ਸਤਿਗੁਰੂ, ਇੱਕ ਪਾਸੇ ਤੇ ਤੁਸੀਂ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਰਹੇ ਹੋ ਤੇ ਦੂਜੇ ਪਾਸੇ ਆਪ ਦਾਨ ਪੁੰਨ ਕਰਦੇ ਪਏ ਹੋ। ਤੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾ ਪਏ ਨੇ ਤੇ ਅੱਗੋਂ ਆਖਣ ਲੱਗੇ, ਅੱਜ ਅਸੀਂ ਪਰਖ ਲੈ ਰਹੇ ਸਾਂ, ਵੇਖਣ ਲੱਗੇ ਵੀ ਜੋ ਗੁਰੂ ਨਾਨਕ ਨੇ ਵਿਚਾਰਧਾਰਾ ਦਿੱਤੀ ਹੈ, ਸਿੱਖ ਉਸ ਵਿਚਾਰਧਾਰਾ 'ਤੇ ਕੰਮ ਕਰ ਰਿਹਾ ਕਿ ਨਹੀਂ। ਤੀਜੀ ਜਿਹੜੀ ਦਾਤ ਦਿੱਤੀ, ਤੀਜਾ ਕਕਾਰ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕੜਾ ਦਿੱਤਾ, ਜਿਹੜਾ ਇਸ ਗੱਲ ਦਾ ਸੂਚਕ ਸੀ ਵੀ ਸਿੱਖ ਕਦੀ ਵੀ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਂਦਾ। ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਸਿੱਖ ਦੇ ਨੇੜੇ ਨਹੀਂ ਹੋਵੇਗਾ। ਚੌਥੀ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਕਛਹਿਰੇ ਦੀ ਦਾਤ ਬਖਸ਼ੀ, ਜਿਹਦੇ ਤੋਂ ਭਾਵ ਇਹ ਸੀ ਵੀ ਸਾਡਾ ਜਿਹੜਾ ਆਚਰਣ ਹੈ ਉਹ ਉੱਚਾ ਹੋਣਾ ਚਾਹੀਦਾ। ਇਹੀ ਗੱਲ ਸੀ ਨਾ ਵੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀ ਅਮਰੋ ਦੇ ਪਾਸੋਂ ਬਾਣੀ ਸੁਣਦੇ ਨੇ ਤੇ ਉਹਨਾਂ ਨੇ ਸ਼ਬਦ ਸੁਣਿਆ ਸੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਈ। ਇਹਦੇ ਵਿੱਚ ਬੰਦੇ ਦੇ ਕੰਮ ਕਰਨੀ ਹੈ, ਕਾਗਦ ਹੈ, ਉਹਦੇ ਕੰਮ ਨੇ ਉਹ ਛਪਾਈ ਹੈ, ਲਿਖਾਈ ਹੈ, ਤੇ ਜਿਹੋ ਜਿਹੇ ਕੰਮ ਕਰੇਗਾ ਉਹਦੇ ਅਨੁਸਾਰ ਫਿਰ ਲੇਖ ਬਣੀ ਜਾਂਦੇ ਨੇ। ਕਹਿਣ ਤੋਂ ਭਾਵ ਇਹ ਸੀ ਵੀ ਜਿਹੜਾ ਸਿੱਖ ਦਾ ਆਚਰਣ ਸਭ ਤੋਂ ਉੱਚਾ ਤੇ ਸੁੱਚਾ ਹੋਵੇ। ਇਹ ਅੱਖਾਂ ਦੇ ਨਾਲ ਚੰਗਾ ਵੇਖੇ, ਕੰਨਾਂ ਦੇ ਨਾਲ ਚੰਗਾ ਸੁਣੇ, ਰਸਨਾ ਦੇ ਵਿੱਚੋਂ ਜੇਕਰ ਕੋਈ ਬੋਲ ਨਿਕਲਣ ਤੇ ਰਸਨਾ ਦੇ ਵਿੱਚੋਂ ਬੋਲ ਇਹਦੇ ਚੰਗੇ ਤੇ ਸੋਹਣੇ ਹੋਣੇ ਚਾਹੀਦੇ ਨੇ, ਮਿੱਠੇ ਹੋਣੇ ਚਾਹੀਦੇ ਨੇ। ਤੇ ਚੌਥਾ ਕਛਹਿਰਾ ਤੇ ਪੰਜਵੀਂ ਜਿਹੜੀ ਦਾਤ ਬਖਸ਼ੀ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾਨ ਦੀ ਦਾਤ ਬਖਸ਼ੀ। ਤਲਵਾਰ ਤੇ ਕਿਰਪਾਨ ਦੇ ਵਿੱਚ ਫਰਕ ਹੈ। ਤਲਵਾਰ ਕੋਈ ਵੀ ਉਠਾ ਸਕਦਾ ਹੈ, ਪਰ ਕਿਰਪਾਨ ਉਸ ਸਮੇਂ ਉੱਠੇਗੀ ਜਦੋਂ ਕਿਸੇ ਦੇ ਉੱਤੇ ਜ਼ੁਲਮ ਹੁੰਦਾ ਹੋਵੇ। ਇਹ ਸਾਡੀ ਰੱਖਿਆ ਦੇ ਲਈ ਹੈ। ਇਸੇ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਭਾਵੇਂ ਕੋਈ ਵੀ, ਭਾਵੇਂ ਮਰਦ ਹੈ ਭਾਵੇਂ ਕੋਈ ਇਸਤਰੀ ਹੈ, ਇਹਨਾਂ ਨੂੰ ਇਹ 5 ਕਕਾਰਾਂ ਦੀ ਜਿਹੜੀ ਇਹ ਦਾਤ ਬਖਸ਼ੀ ਸੀ, ਇਹ ਵਰਦੀ ਬਖਸ਼ੀ ਹੈ।
ਇਹ 5 ਕਕਾਰਾਂ ਦੀ ਵਰਦੀ ਤੋਂ ਬਾਅਦ ਹੁਣ ਉਸ ਜਗ੍ਹਾ ਦੇ ਉੱਤੇ ਦੀਵਾਨ ਵੀ ਲੱਗਾ ਹੋਇਆ, ਸੰਗਤਾਂ ਬੈਠੀਆਂ ਹੋਈਆਂ ਨੇ। ਇੱਕ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ, ਬਾਣੀ ਪੜ੍ਹੀ ਗਈ, ਅੰਮ੍ਰਿਤ ਤਿਆਰ ਹੋਇਆ। ਤੇ ਜਦੋਂ ਹੁਣ ਸਤਿਗੁਰੂ ਪਾਤਸ਼ਾਹ ਜੀ ਛਕਾਉਣ ਲੱਗੇ ਨੇ ਪੰਜਾਂ ਪਿਆਰਿਆਂ ਨੂੰ, ਸਭ ਤੋਂ ਪਹਿਲਾਂ ਛਕਾਉਣ ਲੱਗਿਆ ਉਹਨਾਂ ਜਦੋਂ ਝੁਕ ਕੇ ਲਿਆ, ਆਪਣਾ ਗੋਡਾ ਮੁੱਧਾ ਮਾਰਿਆ, ਬੈਠੇ ਹੋਏ ਨੇ, ਹੱਥ ਤਲੀ ਨੂੰ ਲਿਆ ਹੋਇਆ ਤੇ ਝੁਕ ਕੇ ਲੈ ਰਹੇ ਨੇ। ਇਹਦੇ ਤੋਂ ਭਾਵ ਇਹ ਸੀ ਵੀ ਜੇਕਰ ਗੁਰੂ ਤੈਨੂੰ ਦਾਤ ਦੇ ਰਹੇ ਆ, ਤੈਨੂੰ ਸੰਭਾਲਣੀ ਆਉਂਦੀ ਹੈ ਕਿ ਨਹੀਂ। ਜਦੋਂ ਤੱਕ ਅਸੀਂ ਹੱਥ ਨੂੰ ਜੋੜਾਂਗੇ ਨਹੀਂ, ਇਹਦੇ ਵਿੱਚ ਕੋਈ ਵੀ ਚੀਜ਼ ਪਾ ਦੇਵੋ ਉਹ ਗਿਰ ਜਾਵੇਗੀ ਥੱਲੇ। ਪਰ ਜਦੋਂ ਇਹਨੂੰ ਜੋੜ ਲਈਏ, ਇਹਦੇ ਵਿੱਚ ਪਾਣੀ ਵੀ ਪਾਓ, ਉਹ ਪਾਣੀ ਦੀ ਕਈ ਵਾਰੀ ਬੂੰਦ ਵੀ ਥੱਲੇ ਨਹੀਂ ਜਾਂਦੀ, ਕਿਉਂਕਿ ਹੱਥ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਕਿ ਸਿੱਖ ਸੰਭਾਲ ਸਕਦਾ ਹੈ, ਉਹਦੇ ਤੋਂ ਬਾਅਦ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਰਸਨਾ ਦੇ ਵਿੱਚ ਖੰਡੇ ਦੀ ਦਾਤ ਪਾਈ ਹੈ, ਇਹ ਅੰਮ੍ਰਿਤ ਦੀ ਦਾਤ ਪਾਈ, ਨਾਲੋਂ ਨਾਲ ਪਹੁਲ ਛਕਾਈ ਜਾ ਰਹੇ ਨੇ ਤੇ ਨਾਲੋਂ ਨਾਲ ਆਖਦੇ ਬੋਲ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਵਾਰੀ ਇਹ ਪਹੁਲ ਦਿੱਤੀ ਹੈ। ਉਹਦੇ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇਤਰਾਂ ਦੇ ਵਿੱਚ ਛੱਟਾਂ ਮਾਰਦੇ ਨੇ ਤੇ ਛੱਟਾਂ ਮਾਰਦਿਆਂ ਹੋਇਆਂ ਇਹ ਗੱਲ ਆਖਦੇ ਨੇ ਬੋਲ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਿਰ ਦੇ ਉੱਤੇ ਫਿਰ 5 ਵਾਰੀ ਪਹੁਲਾਂ ਪਾਉਂਦੇ ਨੇ। 5 ਪਿਆਰੇ ਤਿਆਰ ਕੀਤੇ ਗਏ, 5 ਪਿਆਰੇ ਤਿਆਰ ਹੋਏ ਤੇ ਉਹਨਾਂ ਨੂੰ 5 ਪਿਆਰਿਆਂ ਦਾ ਨਾਮ ਦਿੱਤਾ। ਪਿਆਰਾ ਅਸੀਂ ਉਹਨੂੰ ਕਹਿੰਦੇ ਆ ਜਿਹੜਾ ਸਾਡਾ ਸਭ ਤੋਂ ਜਾਣ ਤੋਂ ਪਿਆਰਾ ਹੋਵੇ, ਜਿਹੜੇ ਸਭ ਤੋਂ ਨੇੜੇ ਹੋਵੇ। ਘਰ ਦੇ ਵਿੱਚ ਕੋਈ ਭੈਣ ਭਰਾ, ਕੋਈ ਰਿਸ਼ਤੇਦਾਰ, ਕੋਈ ਵੀ ਹੋ ਸਕਦਾ ਹੈ, ਉਹਨੂੰ ਕਹਿੰਦੇ ਆ ਵੀ ਇਹ ਮੇਰਾ ਬੜਾ ਪਿਆਰਾ ਹੈ, ਮੇਰਾ ਕੋਈ ਸੱਜਣ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਦੇ ਵੱਲ ਇਸ਼ਾਰਾ ਕਰਕੇ ਉਹਨੂੰ ਪਿਆਰਾ ਬਣਾ ਦਿੱਤਾ, ਖਾਲਸਾ ਬਣਾ ਦਿੱਤਾ। ਉਹਦੇ ਤੋਂ ਬਾਅਦ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਆਪ ਪਹੁਲ ਦੀ ਦਾਤ ਮੰਗੀ, ਇਹ ਗੱਲ ਆਖੀ ਪਿਆਰਿਓ ਹੁਣ ਤੁਸੀਂ ਖਾਲਸੇ ਦਾ ਰੂਪ ਬਣ ਗਏ ਹੋ, ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣ ਗਏ, ਧਰਮ ਸਿੰਘ ਬਣ ਗਏ ਹੋ, ਹਿੰਮਤ ਸਿੰਘ ਬਣ ਗਏ ਹੋ, ਮੋਹਕਮ ਸਿੰਘ ਬਣ ਗਏ, ਸਾਹਿਬ ਸਿੰਘ ਬਣ ਗਏ ਹੋ। ਹੁਣ ਮੈਨੂੰ ਵੀ ਇਹ ਦਾਤ ਦੇ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਅੱਜ ਤੱਕ ਧਰਮ ਦੇ ਅੰਦਰ ਕੋਈ ਵੀ ਇਹੋ ਜਿਹਾ, ਸੰਸਾਰ ਦੇ ਕੋਈ ਵੀ ਅੰਦਰ ਇਹੋ ਜਿਹਾ ਵਾਕਿਆ ਨਹੀਂ ਜਿਹਦੇ ਅੰਦਰ ਆਪ ਗੁਰੂ ਹੁੰਦਿਆਂ ਹੋਇਆਂ ਆਪਣੇ ਸਿੱਖ ਦੇ ਕੋਲੋਂ ਦਾਤ ਮੰਗ ਰਿਹਾ। ਇੱਕ ਗੁਰੂ ਨਾਨਕ ਦਾ ਦਰ ਇਹੋ ਜਿਹਾ ਹੈ ਜਿੱਥੇ ਗੁਰੂ ਆਪਣੇ ਚੇਲੇ ਨੂੰ ਗੁਰੂ ਦਾ ਰੂਪ ਬਣਾ ਕੇ ਆਪ ਨਮਸਕਾਰ ਕਰਦਾ ਪਿਆ, ਆਪ ਮੱਥਾ ਟੇਕਦਾ ਪਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਨੂੰ ਅੰਗਦ ਬਣਾਇਆ ਤੇ ਅੰਗਦ ਬਣਾ ਕੇ ਉਹਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਤੇ 10ਵੇਂ ਪਾਤਸ਼ਾਹ ਜੀ ਨੇ ਖਾਲਸਾ ਤਿਆਰ ਕੀਤਾ ਤੇ ਖਾਲਸੇ ਨੂੰ ਆਪਣਾ ਰੂਪ ਬਣਾ ਕੇ ਇਹ ਗੱਲ ਆਖੀ, ਖਾਲਸਾ ਮੇਰਾ ਸਤਿਗੁਰ ਪੂਰਾ। ਅੱਜ ਤੋਂ ਬਾਅਦ ਜੇਕਰ ਕਿਸੇ ਨੇ ਖਾਲਸੇ ਦੇ ਦਰਸ਼ਨ ਕਰਨੇ ਨੇ, ਉਹ ਇਸ ਰੂਪ ਦੇ ਵਿੱਚੋਂ ਮੇਰੇ ਦਰਸ਼ਨ ਕਰ ਸਕਦਾ ਹੈ, ਖਾਲਸੇ ਦੇ ਰੂਪ ਦੇ ਵਿੱਚੋਂ। ਹੁਣ ਅੱਜ ਗੁਰੂ ਆਪ ਦਾਤ ਮੰਗਦਾ ਪਿਆ, ਇਹ ਗੱਲ ਕਹਿੰਦਾ ਪਿਆ ਗੋਬਿੰਦ ਰਾਏ ਤੋਂ ਮੈਨੂੰ ਵੀ ਗੋਬਿੰਦ ਸਿੰਘ ਬਣਾਓ। ਤੇ ਇਤਿਹਾਸਕਾਰ ਲਿਖਦੇ ਨੇ ਫਿਰ ਇਹਨਾਂ 5 ਪਿਆਰਿਆਂ ਅੱਗੋਂ ਆਖਣ ਲੱਗੇ ਸਤਿਗੁਰੂ ਅਸੀਂ ਤੇ ਆਪਣਾ ਸੀਸ ਦੇ ਕੇ, ਆਪਣਾ ਸੀਸ ਵਰ ਕੇ ਇਹ ਖੰਡੇ ਦੀ ਪਹੁਲ ਲਈ ਹੈ, ਤੁਸੀਂ ਦੱਸੋ ਕੀ ਦੇਵੋਗੇ। ਤੇ ਸਤਿਗੁਰਾਂ ਨੇ ਇਹ ਕਿਰਪਾ ਕੀਤੀ, ਆਖਣ ਲੱਗੇ ਲੋੜ ਪੈਣ ਦੇ ਉੱਤੋਂ ਇਸ ਪੰਥ ਦੇ ਉੱਤੋਂ ਮੈਂ ਆਪਣਾ ਸਾਰਾ ਪਰਿਵਾਰ, ਆਪਣਾ ਸਾਰਾ ਸਰਬੰਸ ਵਾਰ ਦੇਵਾਂਗੇ। ਤੇ ਆਪਣਾ ਸਭ ਕੁਝ ਵਾਰ ਕੇ ਪਿਆਰ ਵਾਲਿਓ ਗੁਰੂ ਨੇ ਇਹ ਖੰਡੇ ਦੀ ਪਹੁਲ ਲਈ ਹੈ, ਗੁਰੂ ਦੀ ਦਾਤ ਲਈ। ਤੇ ਅੱਜ ਅਸੀਂ ਆਪਣੇ ਗੁਰੂ ਤੋਂ ਮੁਨਕਰ ਹੋਈ ਜਾ ਰਹੇ ਹਾਂ। ਅਸੀਂ ਆਖਦੇ ਹਾਂ ਵੀ ਮਨ ਦੀ ਸਿੱਖੀ ਹੋਣੀ ਚਾਹੀਦੀ ਹੈ, ਤਨ ਦੀ ਸਿੱਖੀ ਦੀ ਕੀ ਲੋੜ ਹੈ। ਹੁਣ ਸਕੂਲ ਦੇ ਵਿੱਚ ਬੱਚਾ ਜਾਵੇ, ਵਰਦੀ ਰੰਗ ਬਰੰਗੀ ਪਾਈ ਫਿਰੇ ਤੇ ਸਕੂਲ ਵਾਲੇ ਉਹਨੂੰ ਐਂਟਰੀ ਨਹੀਂ ਦਿੰਦੇ, ਕਹਿੰਦੇ ਨੇ ਵੀ ਇਸ ਸਕੂਲ ਦੀ ਵਰਦੀ ਹੈ, ਇੱਥੇ ਐਡਮਿਸ਼ਨ ਤਾਂ ਹੋਵੇਗੀ, ਬੱਚਾ ਤਾਂ ਪੜ੍ਹਾਇਆ ਜਾਵੇਗਾ ਜੇਕਰ ਤੁਸੀਂ ਵਰਦੀ ਪਾ ਕੇ ਆਵੋਗੇ। ਤੇ ਦੂਜੇ ਪਾਸੇ ਅਸੀਂ ਗੁਰੂ ਨਾਨਕ ਦੇ ਸਕੂਲ ਦੇ ਵਿੱਚ
ਦਾਖਲਾ ਵੀ ਲੈ ਰਹੇ ਹਾਂ। ਅਸੀਂ ਇਹ ਵੀ ਗੱਲ ਆਖਦੇ ਪਏ ਅਸੀਂ ਗੁਰੂ ਨਾਨਕ ਦੇ ਰੂਪ ਹਾਂ। ਗੁਰੂ ਨਾਨਕ ਸਾਡਾ ਗੁਰੂ ਹੈ, ਖਾਲਸਾ ਸਾਡਾ ਗੁਰੂ ਹੈ, ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਹੈ, ਅਸੀਂ ਖਾਲਸੇ ਹਾਂ। ਪਰ ਦੂਜੇ ਪਾਸੇ ਜੋ ਗੁਰੂ ਨੇ ਦਾਤ ਬਖਸ਼ੀ ਹੈ ਉਸ ਦਾਤ ਤੋਂ ਅਸੀਂ ਮੁਨਕਰ ਹੋਈ ਜਾ ਰਹੇ ਹਾਂ। ਅੱਜ ਦਾ ਜਿਹੜਾ ਦਿਨ ਹੈ ਸਾਡਾ ਮਨਾਇਆ ਹੋਇਆ ਤਾਂ ਹੀ ਪ੍ਰਵਾਨ ਹੋ ਸਕਦਾ ਪਿਆਰ ਵਾਲਿਓ, ਜੇਕਰ ਅਸੀਂ ਦੁਬਾਰਾ ਤੋਂ ਗੁਰੂ ਦੇ ਨਾਲ ਜੁੜ ਸਕੀਏ। ਮੈਂ ਬੇਨਤੀ ਕਰਾਂਗਾ, ਹਰ ਜਗ੍ਹਾ 'ਤੇ ਇਹ ਬੇਨਤੀ ਕਰਦਾ, ਬਾਣੀ ਅਤੇ ਬਾਣੇ ਦੇ ਪੱਕੇ ਧਾਰਨੀ ਹੋਈਏ। ਜਿੱਥੇ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਉਹਦੇ ਨਾਲ ਨਾਲ ਬਾਣੇ ਦੇ ਜ਼ਰੂਰ ਧਾਰਨੀ ਹੋਈਏ, 5 ਕਕਾਰਾਂ ਦੇ ਜ਼ਰੂਰ ਧਾਰਨੀ ਹੋਈਏ। ਕਿਤੇ ਇਹ ਨਾ ਹੋਵੇ ਅਸੀਂ ਆਪਣੇ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਵਿਅਰਥ ਗਵਾ ਦਈਏ ਅਤੇ ਗੁਰੂ ਨੇ ਜੋ ਸਾਨੂੰ 5 ਕਕਾਰੀ ਵਰਦੀ ਦਿੱਤੀ ਹੈ, ਜੋ ਸਾਨੂੰ ਸਰੂਪ ਦਿੱਤਾ ਹੈ, ਅਤੇ ਉਸ ਸਰੂਪ ਤੋਂ ਅਸੀਂ ਮੁਨਕਰ ਹੋ ਜਾਈਏ। ਸੋ ਮੈਂ ਸਭਨਾਂ ਦੇ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਕਰਾਂਗਾ, ਆਪ ਗੁਰੂ ਵਾਲੇ ਬਣੀਏ, ਅੰਮ੍ਰਿਤ ਨੂੰ ਛਕੀਏ ਅਤੇ ਅੰਮ੍ਰਿਤ ਨੂੰ ਛਕ ਕੇ ਖਾਲਸੇ ਦਾ ਰੂਪ ਬਣੀਏ।